वाहेगुरु जी का खालसा वाहेगुरु जी की फतेह। गरीब नवाज सतगुरु श्री गुरु ग्रंथ साहिब सच्चे पातशाह जी दी अमृतमई गोद विच संध्या दे दीवाना विच आप जी सज बैठे हो। भागां भरिया दिन गुरु साहब जी ने बख्शिश कीता है। आओ इनू सफला बनाइए। चल रही पावन अमृतमई कथा दे विचों आप जी ने सरवण कीता सी। दीन दुनिया दे वाली गुरु नानक साहब जी महाराज राय बुलार जी दे पास बैठे ने। राजा राय बुलार जी बेनती करते ने, महाराज कोई एक सेवा ते दे दिओ। मैं कोई सेवा अपने अखी ते अपने हत्थी करके वेख लवां, मेरे हिरदे नूं सुकून मिलेगा। जा अपने माता पिता दा मोह जाल कट दिओ, जा इन्हां दे पास रुक जाओ। इन्हां सारे बचनां तो बाद गुरु नानक साहब महाराज राजे दी सभा चो उठ के अपने घर नूं आ गए। माता पिता दा उलांभा अजे भी उही है। राजन किवे ना किवे साडे पुੱਤ नूं रोक लिया जावे, ये विदेश ना जाण। पर खान साहब समझाउंदे ने, तुहाडे भाग वड्डे जिन्हां नूं ऐसा पुੱਤਰ प्राप्त होया है। जीवन विच सबर करना सीखो, जो परमात्मा ने करना होना उही है। इन्हां सारे प्रकरणां नूं बड़े विस्तार सहित आप जी ने सरवण कीता है। आओ कुछ सਮਾं मन चित बिरतियां नूं एकाग्र चित बनाइए। पाओ प्रेम दी सांझ, आसीस बख्शो। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। धन धन पुन धन तुम, कुल उधार सब कीन। हृदय न भरमो तर्क पर, पे जग बंधन हीन। पहले पातशाह गुरु नानक देव जी महाराज राय बुलार साहब जियां नूं इन्ने बचन कह के वापस आ गए। राजन ना कोई किसी नूं रख सकदा ते ना कोई भेज सकदा है। जिधर रब दी रजा है उसे पासे जाना है। सतगुर जी घरे आए ने, चिट्टी चादर ओढ़ी है, पलंगे ते आराम फरमा रहे ने। इधर सतगुरां दे परिवार नूं राय बुलार साहब समझाउण दी कोशिश करदे ने। कहंदे धन हो तुसीं, धन तुहाडा परिवार, जिन्हां दे गृह निरंकार परमात्मा जी आप आए ने। बस इन्ना कुछ फर्क है भी तुसीं उन्हां नूं जाणदे ही नहीं। ना जानण करके तुसीं दुखी हो, परेशान हो। जिवें मैं सतगुरां नूं समझिया ते जाणिया, आस करदा तुसीं भी गुरु नानक साहब जी नूं अपना पुੱਤਰ ना जाणो, उन्हां नूं परमेश्वर जाणो। सोरठा चित की चिंत बिदार, करो काज निज सदन को। लखो सत्य अवतार,
ਤਿਹ ਰਾਖਣ ਕੇ ਕਰ ਨਹੀਂ। ਸਤਿਗੁਰਾਂ ਦੇ ਪਿਤਾ ਮਹਿਤਾ ਕਲਿਆਣ ਚੰਦ ਪੁੱਛਦੇ ਨੇ, ਰਾਜਨ ਫਿਰ ਇਹ ਦੱਸੋ ਅਸੀਂ ਕੀ ਕਰੀਏ? ਜੇ ਪੁੱਤ ਸਾਡੇ ਨੇ ਫੈਸਲਾ ਸੁਣਾ ਹੀ ਦਿੱਤਾ, ਮੈਂ ਰੁਕਣਾ ਨਹੀਂ, ਮੈਨੂੰ ਕੋਈ ਰੋਕ ਨਹੀਂ ਸਕਦਾ। ਰਾਏ ਬੁਲਾਰ ਸਾਹਿਬ ਕਹਿੰਦੇ ਇਹ ਸੱਚ ਹੈ, ਮਨ ਵਿੱਚੋਂ ਮੋਹ ਛੱਡ ਦਿਓ, ਆਪਣੇ ਕੰਮਾਂ ਵਿੱਚ ਲੱਗ ਜਾਓ, ਜੋ ਘਰ ਦੇ ਕੰਮ ਧੰਦੇ ਕਰੀ ਜਾਓ, ਚਿੱਤ ਦੀ ਚਿੰਤਾ ਛੱਡ ਦਿਓ। ਚਿੰਤਾ ਤੇ ਉਸ ਪਰਮਾਤਮਾ ਨੂੰ ਹੈ ਜਿਹਨੇ ਸ੍ਰਿਸ਼ਟੀ ਸਾਜੀ ਹੈ, ਦੁਨੀਆ ਬਣਾਈ ਹੈ, ਤੇ ਤੂੰ ਤੇ ਦੁਨੀਆ ਤੇ ਬੰਦਿਆ ਆਨੰਦ ਮਾਣਨੇ ਆਇਆ ਹੈ, ਜੀਵਨ ਜਿਉਣ ਆਇਆ ਹੈ, ਤੂੰ ਦੁਨੀਆ ਚਲਾਉਣ ਥੋੜੀ ਆਇਆ ਹੈ। ਸਾਡੀ ਸਭ ਤੋਂ ਵੱਡੀ ਚਿੰਤਾ ਕੀ ਹੈ? ਮੇਰਾ ਪਰਿਵਾਰ ਕਿਵੇਂ ਚੱਲੂ, ਮੇਰਾ ਮਿੱਤਰ ਦੋਸਤਾਂ ਦਾ ਦਾਇਰਾ ਕਿਵੇਂ ਚੱਲੂ। ਅਸੀਂ ਚਲਾਉਣ ਦੇ ਚੱਕਰ 'ਚ ਤੁਰੇ ਫਿਰਦੇ ਹਾਂ। ਕੋਈ ਕਹਿੰਦਾ ਮੈਂ ਰਾਜ ਭਾਗ ਚਲਾਵਾਂ, ਕੋਈ ਕਹਿੰਦਾ ਦੁਨੀਆ ਚਲਾਵਾਂ। ਪਰ ਕਿੱਡੀ ਵਧੀਆ ਗੱਲ ਹੈ, ਆਪਣਾ ਜੀਵਨ ਚਲਾਓ, ਕਿਸੇ ਤੋਂ ਕੀ ਲੈਣਾ ਹੈ। ਇੱਥੇ ਆਉਂਦੇ ਜਾਂਦੇ ਰਹਿੰਦੇ ਆ। ਰਾਏ ਬੁਲਾਰ ਸਾਹਿਬ ਆਖਣ ਲੱਗੇ, ਮਹਿਤਾ ਜੀ ਚਿੱਤ ਦੀ ਚਿੰਤਾ ਵਿਸਾਰ ਦਿਓ। ਇਹ ਮੰਨ ਲਓ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਿਪੂਰਨ ਪਰਮਾਤਮਾ ਨੇ, ਤੇ ਜਦੋਂ ਉਹ ਆਪ ਪਰਮਾਤਮਾ ਦੁਨੀਆ ਦੀ ਚਿੰਤਾ ਕਰਦੇ, ਤੁਸੀਂ ਉਹਨਾਂ ਦੀ ਚਿੰਤਾ ਕਰਕੇ ਕਰ ਕੀ ਲਓਗੇ? ਜਿੰਨਾ ਤੁਹਾਡੇ ਕੋਲ ਸਮਾਂ ਹੈ, ਇੱਕ ਝੋਰਾ ਲਾ ਕੇ ਖਰਾਬ ਕਰ ਲਿਆ। ਸਾਡਾ ਪੁੱਤ ਸਾਡਾ ਕਹਿਣਾ ਨਹੀਂ ਮੰਨਦਾ, ਪੁੱਤ ਘਰ ਨਹੀਂ ਰਹਿੰਦਾ। ਇੱਥੇ ਥਿਊਰੀ ਕਿਹੜੀ ਹੈ? ਜੀਓ ਔਰ ਜੀਨੇ ਦੋ, ਵੀ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ, ਦੂਜਾ ਜਿਵੇਂ ਮਰਜ਼ੀ ਆਨੰਦ ਮਾਣੇ, ਤੁਹਾਨੂੰ ਕੀ ਹੈ? ਜੇ ਅੱਜ ਤੁਸੀਂ ਮੇਰੀ ਗੱਲ ਮੰਨ ਕੇ ਘਰ ਜਾਓਗੇ, ਆਪਣੇ ਪੁੱਤ ਨੂੰ ਕੁਝ ਨਹੀਂ ਕਹੋਗੇ, ਇੱਕ ਦਿਨ ਛੇਤੀ ਮੁੜ ਕੇ ਆਵਣਗੇ। ਸਵਈਆ ਧੀਰ ਧਰੀ ਸੁਨ ਆਏ ਗਏ ਘਰ, ਭੋਜਨ ਕੇ ਹਿਤ ਮਾਤ ਬੁਲਾਵੇ। ਸਤਿਗੁਰਾਂ ਦੇ ਪਿਤਾ ਚਾਚਾ ਜੀ, ਮਾਤਾ ਤ੍ਰਿਪਤਾ ਜੀ ਰਾਜੇ ਦੀਆਂ ਗੱਲਾਂ ਤੇ ਅਕੀਦਾ ਕੀਤਾ, ਭਰੋਸਾ ਕੀਤਾ, ਸਤ ਵਚਨ ਕਹਿ ਕੇ ਘਰ ਨੂੰ ਆ ਗਏ ਵੀ ਅੱਜ ਤੋਂ ਬਾਅਦ ਅਸੀਂ ਆਪਣੇ ਪੁੱਤ ਨੂੰ ਕੁਛ ਨਹੀਂ ਕਹਿਣਾ। ਸਾਨੂੰ ਬਾਰ-ਬਾਰ ਰਾਏ ਬੁਲਾਰ ਜੀ ਇਹੋ ਗੱਲ ਕਹਿੰਦੇ ਆ, ਤੁਸੀਂ ਕਿਉਂ ਚਿੰਤਾ ਕਰਦੇ? ਚਿੰਤਾ ਤੇ ਕਰਤਾਰ ਕਰੇ ਜੋ ਅਵਤਾਰ ਦਿੰਦਾ ਏ, ਜਨਮ ਦਿੰਦਾ ਏ, ਮੌਤ ਦਿੰਦਾ ਏ। ਘਰੇ ਆ ਗਏ ਜੀ, ਆ ਕੇ ਪ੍ਰਸ਼ਾਦਾ ਪਾਣੀ ਛਕਿਆ, ਪਰ ਅੰਦਰੋਂ ਅੰਦਰ ਝੋਰਾ ਜ਼ਰੂਰ ਹੈ ਵੀ ਅੱਜ ਤੇ ਪੁੱਤ ਘਰੇ ਦਿਸਦਾ ਹੈ, ਕੀ ਪਤਾ ਕੱਲ ਹੋਵੇ ਨਾ ਹੋਵੇ। ਫਕੀਰਾਂ ਵਾਲੀ ਹਾਲਤ ਹੈ। ਪਰ ਹੁਣ ਆਪਣਾ ਦੁੱਖ ਜ਼ਾਹਰ ਨਹੀਂ ਕਰਦੇ। ਦੁਨਿਆਵੀ ਤੌਰ ਤੇ ਵੀ ਇੱਕ ਬੰਦਾ ਬਹੁਤਾ ਰੋਈ ਜਾਏ, ਬਹੁਤਾ ਦੁਖੀ ਹੋਈ ਜਾਏ, ਤਨ ਤੇ ਕੋਈ ਰੋਗ ਲੱਗਿਆ, ਕਿਸੇ ਰੋਗੀ ਨੂੰ ਵੇਖੋ 2 ਮਹੀਨੇ 6 ਮਹੀਨੇ ਤੇ ਬਹੁਤ ਤੜਫਦਾ, ਮੁੜ ਕੇ ਤੜਫ ਨੂੰ ਹਟ ਜਾਂਦਾ, ਕਿਉਂਕਿ ਮਨ ਪੱਕਾ ਕਰ ਲਿਆ ਵੀ ਇਹਨੇ ਠੀਕ ਨਹੀਂ ਹੋਣਾ, ਮੈਂ ਇਸ ਰੋਗ ਦੇ ਨਾਲ ਚੱਲ ਵਸਣਾ। ਹੁਣ ਉਹਨੂੰ ਮਰਨ ਤੋਂ ਵੀ ਡਰ ਨਹੀਂ ਲੱਗਦਾ। ਉਹ ਕਹਿੰਦਾ ਵਧੀਆ ਚਲਿਆ ਜਾਊਂਗਾ ਤੇ ਇਸ ਰੋਗ ਤੋਂ ਖਹਿੜਾ ਛੁੱਟੇਗਾ ਮੇਰਾ। ਵੇਖਿਓ ਹੋਣੇ ਤੁਸੀਂ ਇਦਾਂ ਦੇ ਲੋਕ, ਉਹ ਬਿਮਾਰੀ ਤੋਂ ਇੰਨੇ ਟੁੱਟ ਜਾਂਦੇ ਆ, ਉਹ ਪਰਵਾਹ ਕਰਨੀ ਛੱਡ ਦਿੰਦੇ ਆ। ਤੇ ਜੇ ਇਹ ਪਰਵਾਹ ਪਹਿਲਾਂ ਛੱਡੀ ਹੁੰਦੀ ਤੇ ਸ਼ਾਇਦ ਉਹ ਰੋਗ, ਉਹ ਬਿਮਾਰੀ ਬਹੁਤਾ ਦੁਖੀ ਨਾ ਕਰ ਸਕਦੀ। ਸਤਿਗੁਰਾਂ ਦੇ ਪਿਤਾ ਜੀ ਨੂੰ ਗੱਲ ਸਮਝਾਈ ਆ ਵੀ ਮੋਹ ਦਾ ਰੋਗ ਤੁਹਾਨੂੰ ਲੱਗਿਆ ਹੋਇਆ ਹੈ। ਰਾਏ ਬੁਲਾਰ ਸਾਹਿਬ ਕਹਿੰਦੇ ਛੱਡ ਦਿਓ ਇਹਨੂੰ, ਜੋ ਕਰਨਗੇ ਭਲਾ ਹੀ ਹੋਏਗਾ। ਤੁਸੀਂ ਆਪਣੇ ਕੰਮ ਕਾਜ ਕਰੋ, ਪਟਵਾਰਖਾਨਾ ਛੱਡੀ ਬੈਠੇ ਹੋ, ਆਪਣੀ ਮਿਹਨਤ ਬੰਦ ਕੀਤੀ ਹੋਈ ਹੈ, ਕੰਮ ਧੰਦਾ ਤੁਸੀਂ ਨਹੀਂ ਕਰ ਰਹੇ, ਸਿਰਫ ਇਸ ਕਰਕੇ ਮੇਰਾ ਪੁੱਤ ਵਿਹਲਾ ਸਾਡਾ ਕਹਿਣਾ ਨਹੀਂ ਮੰਨਦਾ। ਸ਼ਾਮ ਦਾ ਵੇਲਾ ਹੈ, ਪਰਿਵਾਰ ਨੇ ਭੋਜਨ ਕੀਤਾ, ਰੋਟੀ ਖਾਧੀ, ਪਰ ਮਾਤਾ ਜੀ ਨੂੰ ਕਿਤੇ ਨਾ ਕਿਤੇ ਗਮ ਜਾ ਸਤਾਉਂਦਾ ਹੈ। ਫਿਰ ਵੀ ਪੁੱਤਰ ਨੇ ਵੀ ਜੇ ਸੱਚੇ ਪਾਤਸ਼ਾਹ ਬਾਹਰ ਜਾਣਗੇ, ਰੋਟੀ ਪਾਣੀ ਕਿੱਥੋਂ ਖਾਣਗੇ? ਘਰੇ ਤੇ ਮਾਂ ਪੁੱਛ ਲੈਂਦੀ ਪੁੱਤ ਰੋਟੀ ਖਾਧੀ ਆ ਕਿ ਨਹੀਂ, ਬਾਹਰ ਕੌਣ ਪੁੱਛਦਾ? ਥੋੜੀ ਜੀ ਚਿੰਤਾ ਲਾ ਕੇ ਮਾਤਾ ਜੀ ਨਾ ਰਸੋਈ ਵਿੱਚ ਬੈਠੇ ਆ। ਰੋਟੀ ਬਣਾਉਣ ਨੂੰ ਚਿੱਤ ਨਹੀਂ ਕਰਦਾ, ਪਰ ਇੱਕ ਮਜਬੂਰੀ ਹੈ, ਭੋਜਨ ਬਣਾਉਣਾ ਪੈਣਾ ਏ। ਆਵਹੁ ਤਾਤ ਅਚੋਟ ਕੇ ਗਵਣੇ ਢਿਗ ਮਾਤ ਆਹਾਰ ਕੋ ਖਾਵੇ। ਮਾਤਾ ਜੀ ਨੇ ਭੋਜਨ ਬਣਾਇਆ, ਆਪਣੇ ਪੁੱਤ ਨੂੰ ਆਵਾਜ਼ ਮਾਰੀ, ਪੁੱਤ ਨਾਨਕ ਵੇਖ ਮਾਂ ਨੇ ਰੋਟੀ ਬਣਾਈ ਹੈ, ਪੁੱਤ ਅੱਜ ਘਰੇ ਅੱਜ ਤੇ ਖਾ ਲਾਇਆ ਕੇ। ਜਦੋਂ ਕਿਸੇ ਮਾਂ ਨੂੰ ਪਤਾ ਹੁੰਦਾ ਨਾ ਪੁੱਤ ਨੇ ਪ੍ਰਦੇਸ਼ ਜਾਣਾ, ਉਹ ਹਫ਼ਤਾ ਕੁ ਪਹਿਲਾਂ ਹੀ ਸੁਣਾਉਣ ਲੱਗ ਜਾਂਦੀ ਅੱਜ ਰੋਟੀ ਖਾ ਲਾ, ਮੁੜ ਕੇ ਕੀ ਪਤਾ ਮਾਂ ਦੇ ਹੱਥ ਦੀ ਮਿਲਣੀ ਕਿ ਨਹੀਂ। ਸੁਭਾਵਿਕ ਗੱਲ ਹੈ। ਮਾਤਾ ਜੀ ਬਾਰ-ਬਾਰ ਇਹ ਗੱਲ ਕਹਿ ਕੇ ਮਨ ਭਰੇ ਆਉਂਦੇ ਆ, ਪੁੱਤਰਾ
ਪਤਾ ਨਹੀਂ ਕਿਸੇ ਨੇ ਰੋਟੀ ਦੇਣੀ ਆ ਜਾਂ ਨਹੀਂ, ਕਿਉਂਕਿ ਅੱਜ ਪ੍ਰਦੇਸ਼ ਉਦਾਂ ਦੇ ਨਹੀਂ। ਜਿਹੋ ਜੀ ਬੰਦਾ ਚਾਹਤ ਰੱਖਦਾ ਉਹੋ ਜਿਹਾ ਖਾਣਾ ਆਰਡਰ ਕਰ ਸਕਦਾ। ਉਹਨਾਂ ਸਮਿਆਂ 'ਚ ਕਿੱਥੇ ਰੋਟੀ ਮਿਲਦੀ ਸੀ? ਕੌਣ ਕਿਹਨੂੰ ਜਾਣਦਾ ਸੀ? ਅੱਜ ਤੇ ਪ੍ਰਦੇਸ਼ ਨਹੀਂ ਹੈ, ਤੁਹਾਡੇ ਫੋਨ ਦੇ ਵਿੱਚ ਹੀ ਉਹ ਦੂਜੀ ਦੁਨੀਆ ਕੈਦ ਹੈ। ਝਟਪਟ ਤੁਸੀਂ ਉੱਥੇ ਵੇਖ ਸਕਦੇ ਹੋ, ਉਹ ਇੱਥੇ ਵੇਖ ਸਕਦੇ ਆ। ਹੁਣ ਤੇ ਜ਼ਮਾਨਾ ਐਡਵਾਂਸ ਆ ਨਾ। ਅੱਗੇ ਤੇ ਪ੍ਰਦੇਸ਼ਾਂ ਨੂੰ ਗਏ ਲੋਕ ਮੁੜਦੇ ਨਹੀਂ ਸੀ ਹੁੰਦੇ। ਕਈਆਂ ਦੇ ਫੁੱਲ ਗੰਗਾ ਲੈ ਜਾਂਦੇ ਸੀ ਪਰ ਆਉਂਦੇ ਨਹੀਂ ਸੀ। ਕੋਈ ਵਿਛੜ ਜਾਂਦਾ ਸੀ, ਕੋਈ ਭੁੱਖਿਆਂ ਮਰ ਜਾਂਦਾ ਸੀ। ਅੱਗੇ ਪ੍ਰਦੇਸ਼ਾਂ ਦੇ ਰਾਹ ਕਿਵੇਂ ਸੀ? ਜਿਵੇਂ ਅੱਜ ਡੌਂਕੀਆਂ ਲਾ ਕੇ ਲੋਕ ਅਮਰੀਕਾ ਜਾਂਦੇ ਆ, ਮੈਕਸੀਕੋ ਦੇ ਜੰਗਲਾਂ 'ਚ ਭਟਕਦੇ ਫਿਰਦੇ ਆ ਨਾ। ਕੋਈ ਕਿਤੇ ਕੋਈ ਪੁਆਮਾ ਦੇ ਜੰਗਲਾਂ ਦੇ ਵਿੱਚ। ਹਾਲਤ ਕੈਸੀ ਹੁੰਦੀ ਹੈ? ਬਸ ਇਹੋ ਜਿਹੇ ਹਾਲਾਤ ਉਸ ਵੇਲੇ ਹੁੰਦੇ ਸੀ। ਜਿਵੇਂ ਪਨਾਮਾ ਦੇ ਜੰਗਲਾਂ ਵਿੱਚ ਅੱਜ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਆ। ਕਿਵੇਂ ਜ਼ਿੰਦਗੀਆਂ ਕੱਟਦੇ, ਮਾਵਾਂ ਦੇ ਪੁੱਤ ਲਾਸ਼ਾਂ ਪਈਆਂ ਰਾਹਾਂ 'ਤੇ ਲੰਘ ਜਾਂਦੇ ਨੇ ਕੋਲੋਂ, ਕੋਈ ਨਹੀਂ ਪੁੱਛਦਾ। ਹੁਣ ਉਹਨਾਂ ਸਮਿਆਂ ਦੇ ਹਾਲਾਤਾਂ ਕਰਕੇ ਮਾਂ ਚਿੰਤਤ ਹੈ। ਅੱਜ ਕੱਲ੍ਹ ਚਿੰਤਾ ਹੈ? ਪੁੱਤ ਜਹਾਜ਼ ਚੜ੍ਹਿਆ, ਪਤਾ ਮਾਪਿਆਂ ਨੂੰ ਵੀ ਅਸੀਂ ਤੇ ਸਵੇਰੇ ਉੱਠਣਾ ਲੇਟ ਹੈ, ਇਹਨੇ ਪਹਿਲਾਂ ਪਹੁੰਚੇ ਹੋਣਾ ਉੱਥੇ, ਅੱਗੋਂ ਲੈਣ ਵਾਲੇ ਵੀ ਆ ਜਾਂਦੇ। ਹੁਣ ਕਾਹਦੀ ਚਿੰਤਾ ਹੈ? ਪਰ ਉਦੋਂ ਚਿੰਤਾ ਇੰਨੀ ਸੀ, ਇਹ ਨਹੀਂ ਪਤਾ ਕਿਹੜੀ ਬੰਦਰਗਾਹ 'ਤੇ ਜਾਣਾ, ਜਹਾਜ਼ ਲੱਗਣਾ ਜਾਂ ਡੁੱਬ ਜਾਣਾ। ਕਿਤੇ ਕੋਈ ਲੁਟੇਰਾ ਨਾ ਲੁੱਟ ਲਏ। ਅੱਗੇ ਸਮੁੰਦਰਾਂ ਦੇ ਲੁਟੇਰੇ ਹੁੰਦੇ ਸੀ, ਵੱਡੇ ਵੱਡੇ ਸ਼ਿਪ ਤੇ ਜਹਾਜ਼ ਲੁੱਟੇ ਜਾਂਦੇ ਸੀ, ਮਾਰ ਮੂਰ ਦਿੰਦੇ ਸੀ, ਜਿਵੇਂ ਅੱਜ ਕੱਲ੍ਹ ਵੀ ਚੱਲਦਾ ਨਾ। ਹੁਣ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਤਾ ਜੀ ਨੇ ਇੱਕ ਆਵਾਜ਼ ਮਾਰੀ, ਗੁਰੂ ਸਾਹਿਬ ਉਸੇ ਵੇਲੇ ਉੱਠ ਕੇ ਆ ਗਏ। ਕਹਿੰਦੇ ਮਾਂ ਭੁੱਖ ਬਹੁਤ ਲੱਗੀ ਹੈ। ਜਦੋਂ ਇਹ ਸ਼ਬਦ ਸਤਿਗੁਰਾਂ ਨੇ ਗਏ ਨਾ, ਮਾਤਾ ਦੇ ਅੰਦਰ ਸ਼ਾਂਤੀ ਆ ਗਈ, ਠੰਡ ਪੈ ਗਈ। ਮਾਂ ਨੂੰ ਆ ਕੇ ਪੁੱਤ ਕਹਦੇ ਮਾਂ ਭੁੱਖ ਲੱਗੀ ਹੈ, ਤੇ ਮਾਂ ਸਭ ਕੁਝ ਭੁੱਲ ਜਾਂਦੀ, ਗੁੱਸਾ ਗਿਲਾ, ਕਹਿੰਦੀ ਆ ਪੁੱਤ ਰੋਟੀ ਖਾ ਪਹਿਲਾਂ। ਇਹ ਲੜਾਈਆਂ ਤੇ ਚੱਲਦੀਆਂ ਰਹਿੰਦੀਆਂ ਨੇ। ਗੁਰੂ ਸਾਹਿਬ ਕੋਲ ਆਏ, ਮਾਤਾ ਜੀ ਦੇ ਪਾਸ ਬੈਠੇ ਆ। ਮਾਂ ਤ੍ਰਿਪਤਾ ਗਰਮਾ ਗਰਮ ਫੁਲਕੇ ਰੋਟੀਆਂ ਲਾ ਰਹੀ ਹੈ, ਆਪਣੇ ਪੁੱਤ ਨੂੰ ਛਕਾਉਂਦੀ ਹੈ। ਹੀਰਤ ਹੈ ਕਮਲਾਨਨ ਕੋ, ਸੁਖ ਪਾਏ ਹਿਰਦੈ ਜਨਨੀ ਬਲ ਜਾਵੇ। ਚੌਂਕੜਾ ਮਾਰ ਸਤਿਗੁਰ ਜੀ ਭੂੰਜੇ ਬੈਠ ਕੇ ਪ੍ਰਸ਼ਾਦਾ ਛਕਦੇ ਆ। ਮਾਤਾ ਜੀ ਚਿਮਟੇ ਨਾਲ ਰੋਟੀ ਚੁੱਕਦੇ, ਥਾਲ 'ਚ ਰੱਖ ਦਿੰਦੇ। ਪੁੱਤ ਦੇ ਮੂੰਹ ਵੱਲ ਵੇਖ ਕੇ ਨਾ ਉਹ ਪੈਰਾਂ ਭਾਰ ਬੈਠੇ ਆ, ਆਪਣੇ ਹੰਝੂ ਛਪਾਉਂਦੇ ਆ। ਮੇਰੇ ਪੁੱਤ ਨੂੰ ਪਤਾ ਨਾ ਲੱਗੇ ਤੇਰੀ ਮਾਂ ਬੜੀ ਦੁਖੀ ਹੈ। ਕਿਤੇ ਨਾ ਕਿਤੇ ਉਹ ਵੇਖਦੇ ਆ ਸਤਿਗੁਰਾਂ ਦਾ ਚਿਹਰਾ, ਰੋਣਾ ਆਉਂਦਾ ਅੰਦਰੋਂ ਵੀ ਪਤਾ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੋਂ ਮੁੜਨਾ ਹੈ, ਪ੍ਰਦੇਸ਼ ਚੱਲੇ, ਕਿਹੜੇ ਦੇਸ਼ ਚੱਲੇ, ਕਿਹੜਾ ਦੱਸ ਕੇ ਚੱਲੇ ਆ। ਫਕੀਰ ਲੋਕ ਨੇ, ਆਉਣਾ ਨਾ ਆਉਣਾ ਇਹਨਾਂ ਦੀ ਮਰਜ਼ੀ ਹੈ। ਗੁਰੂ ਸਾਹਿਬ ਨੇ ਵੇਖਿਆ ਵੀ ਮਾਤਾ ਦੇ ਨੇਤਰਾਂ 'ਚ ਅਥਰੂ ਨੇ, ਮੋਹ ਬੜਾ ਕਰ ਰਹੇ ਆ। ਮੋਹ ਕਰਨਾ ਨਹੀਂ ਚਾਹੀਦਾ। ਬੜੇ ਪਿਆਰ 'ਚ ਬੈਠੇ ਸਤਿਗੁਰ ਜੀ ਭੋਜਨ ਛਕਦੇ ਆ, ਲੱਸੀ ਪੀ ਰਹੇ ਆ, ਨਾਲੇ ਨਜ਼ਰ ਚੁਰਾ ਕੇ ਮਾਂ ਵੱਲ ਵੇਖ ਲੈਂਦੇ ਆ ਵੀ ਮਾਤਾ ਜੀ ਅੰਦਰੋਂ ਬੜੇ ਗਮਗੀਨ ਹਨ। ਤਾਤ ਨਾ ਜੋਰ ਹਮਾਰ ਚਲੇ ਕਛ, ਆਪ ਕਰੋ ਬਿਦ ਜਿਉ ਮਨ ਭਾਵੇ। ਜਦੋਂ ਗੁਰੂ ਪਾਤਸ਼ਾਹ ਕੁਝ ਵੀ ਨਾ ਬੋਲੇ, ਸਤਿਗੁਰਾਂ ਨੇ ਪ੍ਰਸ਼ਾਦਾ ਛਕਿਆ, ਪਾਣੀ ਦੀ ਗੜਬੀ ਚੁੱਕੀ, ਥਾਲ 'ਚ ਹੱਥ ਧੋ ਲਏ, ਬੈਠੇ ਬੈਠੇ ਮਾਤਾ ਪਤਾ ਕੀ ਕਹਿੰਦੀ? ਉੱਠਣ ਲੱਗੇ ਪੁੱਤ ਦੇ, ਕਹਿੰਦੇ ਪੁੱਤ ਸਾਡਾ ਕੀ ਜ਼ੋਰ ਹੈ। ਜਦੋਂ ਮਾਂ ਬੇਵੱਸ ਹੋ ਜਾਂਦੀ ਉਦੋਂ ਫਿਰ ਮਾਂ ਹੀ ਸ਼ਬਦ ਵਰਤਦੀ, ਸਾਡਾ ਤੇਰੇ ਤੇ ਕੀ ਜ਼ੋਰ ਹੈ, ਜੋ ਕਰਨਾ ਕਰ ਪੁੱਤਰਾ, ਸਾਡਾ ਜ਼ੋਰ ਨਹੀਂ ਤੇਰੇ ਤੇ ਕੋਈ, ਤੂੰ ਕਿੱਥੇ ਜਾਣਾ ਹੈ, ਤੇਰੀ ਮਰਜ਼ੀ ਹੈ। ਅਸੀਂ ਤੇ ਰੋ ਲੈਣਾ ਤੈਨੂੰ ਚੇਤੇ ਕਰਕੇ, ਤੂੰ ਕਿਹੜਾ ਸਾਡੀ ਮੰਨਣੀ ਹੈ। ਗੁਰੂ ਸਾਹਿਬ ਜੀ ਨੇ ਬਚਨ ਸੁਣੇ ਨੇ, ਪਰ ਜਾਣਦੇ ਆ ਇਹ ਬਚਨ ਨਿਕਲੇ ਕਿੱਥੋਂ ਨੇ। ਉਹ ਅੱਜ ਕੱਲ੍ਹ ਦੀਆਂ ਮਾਵਾਂ ਤੇ ਮੋਹ ਦੀਆਂ ਮਾਰੀਆਂ, ਕਹਿੰਦੇ ਅੱਜ ਤੋਂ ਬਾਅਦ ਜੇ ਘਰੇ ਵੜਿਆ ਲੱਤਾਂ ਤੋੜੂ ਤੇ ਇੱਥੋਂ ਅਸੀਂ ਕੀ ਲੈਣਾ ਹੈ, ਕਹਿੰਦੀਆਂ ਨੇ ਨਾ। ਅੱਧੇ ਘੰਟੇ ਬਾਅਦ ਉਹ ਰੋਟੀ ਦੇ ਟਾਈਮ, ਪੁੱਤ ਕਿੱਥੇ ਆ, ਤੂੰ ਆਇਆ ਨਹੀਂ। ਕਹਿੰਦਾ ਬੇਬੇ ਤੂੰ ਆਪੇ ਤੇ ਕਿਹਾ ਘਰ ਨਾ ਵੜੀ, ਤੈਨੂੰ ਇਹ ਥੋੜਾ ਕਿਹਾ ਵੀ ਰਾਤ ਨੂੰ 10 ਵਜੇ ਨਹੀਂ, ਦਿਨੇ ਦਿਨੇ ਆ ਜੀ। ਅੱਜ ਹਾਲਾਤ ਇੱਥੇ ਖੜੇ ਆ, ਮੋਹ ਪ੍ਰਬਲ ਬਹੁਤ ਹੈ। ਪਰ ਮਾਤਾ ਤ੍ਰਿਪਤਾ ਜੀ ਕਹਿੰਦੇ ਪੁੱਤ ਅਸੀਂ ਨਹੀਂ ਤੈਨੂੰ ਰੋਕ ਸਕਦੇ, ਸਾਡਾ ਤੇਰੇ ਤੇ ਜ਼ੋਰ ਕੀ ਹੈ। ਦੋਹਰਾ ਕਿਰਪਾ ਦ੍ਰਿਸ਼ਟ ਕਰ ਬਚਨ ਸ਼ੁਭ, ਕਹਿ ਕੇ ਹਨ ਅਗਿਆਨ, ਦ੍ਰਿੜ ਬੰਧਨ ਜਗ ਮਿਟ ਗਏ, ਭਈ ਜੋਗ ਨਿਰਵਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸ ਕੇ ਮਾਂ ਨੂੰ ਕਹਿੰਦੇ ਮਾਤਾ ਮੇਰੇ ਮੁਖ ਵੱਲ ਵੇਖ। ਮਾਤਾ ਦੇ ਅੱਖਾਂ 'ਚ ਹੰਝੂ ਸੀ। ਕਹਿੰਦੇ ਮਾਂ ਹੰਝੂ ਸਾਫ਼ ਕਰ, ਪਹਿਲਾਂ ਮੈਨੂੰ ਵੇਖ ਚੱਜ ਨਾਲ।
ਮਾਂ ਨੇ ਜਦੋਂ ਆਪਣੇ ਪੁੱਤ ਵੱਲ ਵੇਖਿਆ, ਗੁਰੂ ਸਾਹਿਬ ਜੀ ਨੇ ਨਜ਼ਰ ਭਰੀ, ਮਾਂ ਦੀ ਨਜ਼ਰ ਵਿੱਚ ਨਜ਼ਰ ਪਾਈ। ਬਸ ਨਜ਼ਰਾਂ ਵਿੱਚ ਹੀ ਐਸੇ ਤੀਰ ਛੱਡ ਦਿੱਤੇ। ਮੋਹ ਦਾ ਅਗਿਆਨ, ਮੋਹ ਦਾ ਹਨੇਰਾ 1 ਸੈਕਿੰਡ ਵਿੱਚੋਂ ਮਾਤਾ ਤ੍ਰਿਪਤਾ ਜੀ ਦਾ ਕੱਟ ਦਿੱਤਾ। ਆਖੋ ਸਤਨਾਮ। 1 ਸੈਕਿੰਡ, 1 ਪਲ ਵਿੱਚ, ਦੇਰ ਵੀ ਨਾ ਲੱਗੀ। ਜਦੋਂ ਗੁਰੂ ਸਾਹਿਬ ਨੇ ਨਜ਼ਰਾਂ ਭਰ ਕੇ ਮਾਤਾ ਵੱਲ ਵੇਖਿਆ ਨਾ, ਉਹ ਤੇ ਨਜ਼ਰ ਸਾਨੀ ਕਰ ਦਿੰਦੇ, ਜਿੱਧਰ ਨਜ਼ਰ ਭਰ ਕੇ ਵੇਖ ਲੈਣ, ਨਜ਼ਰੇ ਅਨਾਇਤ ਕਰ ਦੇਣ। ਮਾਤਾ ਤ੍ਰਿਪਤਾ ਜੀ ਨੇ ਅਥਰੂ ਕੀਤੇ ਸਾਫ਼। ਪੁੱਤ ਦੇ ਮੁਖ ਵੱਲ ਵੇਖ। ਜਿਹੜੀ ਮਾਂ ਥੋੜੀ ਦੇਰ ਪਹਿਲਾਂ ਹਟਕੋਰੇ ਲੈ ਲੈ ਰੋਂਦੀ ਸੀ, ਉਹ ਮਾਂ ਮੁਸਕਰਾ ਪਈ ਐ। ਸਵਈਆ ਮਾਤ ਕੋ ਦੇ ਸੰਤੋਖ ਉਠੇ, ਪੁੰਨ ਤਾਤ ਇਓ ਕਹਿ ਕੇ ਸਮਝਾਵੇ। ਤੇ ਜਦੋਂ ਮਾਤਾ ਜੀ ਨੇ ਹੱਥ ਜੋੜੇ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਿਓ। ਕਿਹਨਾਂ ਦੇ ਬਚਨ ਨੇ? ਮਾਂ ਤ੍ਰਿਪਤਾ ਦੇ, ਜੋ ਅੱਜ ਤੱਕ ਕਹਿੰਦੇ ਸੀ ਮੇਰਾ ਪੁੱਤ ਹੈ। ਗੁਰੂ ਸਾਹਿਬ ਪਤਾ ਕੀ ਕਹਿੰਦੇ? ਮਾਤਾ ਸੰਤੋਖ ਰੱਖੋ, ਸੰਤੋਖ ਰੱਖੋ। ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਤੁਸੀਂ ਸੰਤੋਖ ਬਖਸ਼ਿਆ ਤੇ ਅਸੀਂ ਕਮਾ ਲਿਆ। ਆਖੋ ਸਤਨਾਮ। ਬਸ ਐਡੀ ਕੀ ਖੇਡ ਸੀ। ਮਾਤਾ ਜੀ ਦੇ ਮਨ ਚੋਂ ਦੁੱਖ ਖਤਮ ਹੀ ਹੋ ਗਿਆ ਵੀ ਮੇਰੇ ਪੁੱਤ ਨੇ ਜਾਣਾ। ਮੂੰਹ ਦਾ ਪਰਦਾ ਸੀ ਚੱਕਤਾ ਨਾ। ਹੁਣ ਉਹਨਾਂ ਵੇਖ ਲਿਆ ਇਹ ਪਰਮੇਸ਼ਰ ਨੇ, ਪਰਮਾਤਮਾ ਨੇ ਸ੍ਰਿਸ਼ਟੀ ਤੇ ਕਿਉਂ ਆਏ ਨੇ, ਸਾਡੇ ਤੇ ਭਾਗ ਵੱਡੇ ਜਿਨ੍ਹਾਂ ਦੇ ਵਿਹੜੇ ਆਏ ਨੇ। ਗੁਰੂ ਸਾਹਿਬ ਜੀ ਨੇ ਕੋਈ ਬਚਨ ਦੂਜਾ ਤੀਜਾ ਨਹੀਂ ਆਖਿਆ, ਉੱਠੇ ਨੇ, ਉੱਠ ਕੇ ਬਾਹਰ ਆਏ। ਪਿਤਾ ਕਲਿਆਣ ਚੰਦ ਜੀ ਨੇ ਆਪਣੇ ਪੁੱਤ ਨੂੰ ਵੇਖਿਆ ਵੀ ਚੁੱਪ ਚਪੀਤੇ ਰੋਟੀ ਖਾ ਕੇ ਬਾਹਰ ਆਇਆ, ਇਹਨੂੰ ਬੁਲਾਉਣਾ ਹੀ ਪੈਣਾ। ਕਹਿੰਦੇ ਪੁੱਤ ਪ੍ਰਦੇਸਾਂ ਦੇ ਵਿੱਚ ਠੋਕਰਾਂ ਹੁੰਦੀਆਂ ਨੇ, ਮਾਂ ਦੇ ਹੱਥ ਦੀਆਂ ਰੋਟੀਆਂ ਨਹੀਂ ਮਿਲਦੀਆਂ। ਪੈਸਾ ਜ਼ਰੂਰ ਮਿਲ ਜਾਣਾ, ਘਰ ਵਰਗਾ ਸੁੱਖ ਨਹੀਂ ਮਿਲਦਾ। ਉਹ ਮਿੱਠੀਆਂ ਜੇਲਾਂ ਨੇ ਵਿਦੇਸ਼। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਆ ਤੇ ਸੁਣ ਕੇ ਮੁਸਕਰਾ ਪਏ। ਪਿਤਾ ਜੀ ਵੱਲ ਵੇਖਿਆ, ਪਿਤਾ ਜੀ ਪਲੰਗੇ ਤੇ ਬੈਠੇ ਸੀ, ਸਤਿਗੁਰ ਵੀ ਕੋਲ ਬਹਿ ਗਏ। ਪਿਤਾ ਜੀ ਫੇਰ ਉਹੀ ਗੱਲ ਸ਼ੁਰੂ ਕਰਦੇ, ਪੁੱਤ ਤੂੰ ਘਰ ਛੱਡ ਕੇ ਤਾਂ ਜਾਵੇਂ ਜੇ ਤੈਨੂੰ ਕਮੀ ਹੋਵੇ ਕੋਈ। ਦੱਸੋ ਜੀ, ਜਿਸ ਬੰਦੇ ਕੋਲ ਇੱਥੇ ਪ੍ਰਾਪਰਟੀ ਹੈ, ਜ਼ਮੀਨ ਹੈ, ਉਹ ਆਖੇ ਮੈਂ ਅਮਰੀਕਾ ਜਾਣਾ, ਮੈਂ ਕੈਨੇਡਾ ਜਾਣਾ, ਮੈਂ ਆਸਟ੍ਰੇਲੀਆ ਜਾਣਾ ਹੈ, ਵੀ ਉਹ ਤੋਂ ਵੱਡਾ ਬੇਵਕੂਫ ਹੈ ਕੋਈ? ਜਿਹਦੇ ਕੋਲ ਸਭ ਕੁਝ ਇੱਥੇ ਹੋਵੇ ਉਹ ਕਿਉਂ ਗੁਲਾਮੀਆਂ ਕਰੇ ਲੋਕਾਂ ਦੀਆਂ ਜਾ ਕੇ? ਹਾਂ ਉਹ ਜਾਵੇ ਜਿਹਦਾ ਘਰ ਕੱਚਾ, ਰੋਟੀ ਨਹੀਂ ਪੱਕਦੀ, 2-2 3-3 ਭਰਾ ਨੇ, ਭੈਣ ਵਿਆਹੁਣ ਵਾਲੀ ਬੈਠੀ ਹੈ, ਉਹ ਤੇ ਪ੍ਰਦੇਸ ਦੀਆਂ ਠੋਕਰਾਂ ਖਾਵੇ ਜਾ ਕੇ। ਤੇ ਜਦੋਂ ਇੱਧਰ ਵਾਲੇ ਚਲੇ ਜਾਂਦੇ ਨੇ, ਪਿੱਛੋਂ ਬੁੱਢੇ ਬਾਪੂ ਲੋਕਾਂ ਦੇ ਸਹਾਰੇ ਤੁਰੇ ਫਿਰਦੇ ਆ। ਕੋਈ ਟੈਕਸੀ ਲੈ ਆਓ, ਘਰੇ ਜਾਣਾ ਹੈ, ਹਸਪੀਟਲ, ਕੋਈ ਸਾਡੀ ਗੱਲ ਸੁਣ ਲਓ, ਕਦੇ ਕਿਸੇ ਦੀਆਂ ਮਿੰਨਤਾਂ, ਕਦੇ ਕਿਸੇ ਦੇ ਤਰਲੇ। ਅੱਜ ਹੱਲ ਤੇ ਇਹੀ ਹੈ ਨਾ। ਤੇ ਜਿਨ੍ਹਾਂ ਦੀਆਂ ਜ਼ਮੀਨਾਂ ਇੱਥੇ ਨੇ ਉਹ ਕਹਿੰਦੇ ਦੇ ਦਿਓ ਗੁਰਦੁਆਰੇ, ਮੰਦਰ, ਮਸਜਿਦ, ਕਿਸੇ ਟਰਸਟ ਨੂੰ, ਅਸੀਂ ਕੀ ਕਰਨ ਆਉਣਾ ਹੈ, ਸਾਡੇ ਤੇ ਬੱਚੇ ਸੈਟਲ ਨੇ। ਫਿਰ ਕੀ ਹੋਇਆ? ਬੁੜੇ ਸਾਰੀ ਜ਼ਿੰਦਗੀ ਲਈ ਮਰਦੇ ਰਹੇ ਇਹਨਾਂ ਵਾਸਤੇ, ਇਹ ਪਲ ਵਿੱਚ ਛੱਡ ਕੇ ਉੱਧਰ ਜਾ ਬੈਠੇ। ਉਹ ਕਹਿੰਦੇ ਸਾਡੀ ਕਮਾਈ, ਸਾਡੀ ਪੈਨਸ਼ਨ ਕਿਸੇ ਕੰਮ ਨਾ ਆਈ, ਅਸੀਂ ਤੇ ਇੰਨਾ ਕੁਝ ਬਣਾਇਆ, ਸਾਡੇ ਤੇ ਬੱਚੇ ਨਹੀਂ ਰਹੇ ਕੋਲੇ। ਪਿਤਾ ਜੀ ਉਸ ਸੰਦਰਭ 'ਚ ਬੋਲਦੇ ਆ, ਪੁੱਤਰ ਤੂੰ ਚੰਗੀ ਨੌਕਰੀ ਕਰ ਸਕਦਾ ਹੈ, ਚੰਗਾ ਕੰਮ ਕਰ ਸਕਦਾ ਹੈ, ਸਭ ਕੁਝ ਛੱਡ ਕੇ ਪ੍ਰਦੇਸ ਜਾਏਗਾ, ਕਿਸੇ ਫਕੀਰ ਨਾਲ ਜਾ ਬੈਠੇਗਾ। ਆ ਮੈਂ ਇੰਨਾ ਕੁਝ ਇਕੱਠਾ ਕਿਹਦੇ ਵਾਸਤੇ ਕੀਤਾ? ਇੰਨੀ ਸੁੱਖਾਂ ਨਾਲ ਜ਼ਮੀਨ ਹੈ, ਬੇਦੀਆਂ ਦੀ ਵੰਸ਼ ਵਿੱਚ ਸਭ ਤੋਂ ਵੱਧ ਜ਼ਮੀਨ ਸਤਿਗੁਰਾਂ ਦੇ ਪਰਿਵਾਰ ਕੋਲੇ ਹੈ। ਪੁੱਤਰ ਅਸੀਂ ਕੀ ਕਰਨੀ ਹੈ? ਸਾਡਾ ਬਜ਼ੁਰਗਾਂ ਦਾ ਕੀ ਹੈ? ਸਾਂ ਆਇਆ ਨਾ ਆਇਆ, ਕਦੋਂ ਦੁਨੀਆ ਨੂੰ ਛੱਡ ਕੇ ਤੁਰ ਜਾਣਾ ਹੈ। ਅੱਗੇ ਬਜ਼ੁਰਗ ਇੱਦਾਂ ਸੋਚਦੇ ਸੀ, ਅੱਜ ਕੱਲ੍ਹ ਬੁੱਢੇ ਕਹਿੰਦੇ ਲੈ ਅਸੀਂ ਥੋੜ੍ਹੀ ਮਰਦੇ ਹਾਂ, ਦਿਲ ਜਵਾਨ ਹੋਣਾ ਚਾਹੀਦਾ ਸੀ, ਆ ਵੀ ਲੈਣਾ। ਹੁਣ ਸਗੋਂ ਜ਼ਮਾਨਾ ਉਲਟਾ ਹੈ। ਅੱਗੇ ਨੌਜਵਾਨ ਬੱਚਿਆਂ ਨੂੰ ਤਮਾ ਹੁੰਦੀ ਸੀ ਮੈਂ ਕਮਾ ਲਾਂ, ਹੁਣ ਨੌਜਵਾਨ ਮੌਜਾਂ ਕਰਦੇ ਫਿਰਦੇ ਆ। ਟੈਨਸ਼ਨ ਬਜ਼ੁਰਗਾਂ ਨੇ ਚੱਕੀ ਹੋਈ ਹੈ। 60 ਸਾਲਾਂ ਤੋਂ ਬਾਅਦ ਵਾਲਿਆਂ ਅੱਤ ਚੁੱਕੀ, ਬਸ ਦੁਨੀਆ ਮੈਂ ਹੀ ਲੁੱਟ ਲਾਂ। ਆਖੋ ਸਤਨਾਮ। ਆ ਜਿੰਨੇ ਸਾਡੇ ਲੀਡਰ ਫੀਡਰ ਨੇ, ਗਾਉਣ ਨੇ, ਬਜ਼ੁਰਗੀ ਆ ਸਾਰੇ। ਤੇ ਕਿੰਨੇ ਭ੍ਰਿਸ਼ਟ ਨੇ ਜੀ, ਕਿੰਨੀ ਤਮਾ ਲੱਗੀ ਹੈ। ਜਿੰਨੀ ਤਮਾ ਅੱਜ ਬੁਢਾਪੇ 'ਚ ਲੱਗਦੀ ਹੈ, ਅੱਜ ਦੇ ਨੌਜਵਾਨ ਵਿੱਚ ਇੰਨੀ ਨਹੀਂ ਹੈ। ਪਰਖ ਕੇ ਵੇਖੋ, ਸਾਡੇ ਦੁੱਖਾਂ ਦਾ ਕਾਰਨ ਇਹੋ ਹੀ ਹੈ। ਨੌਜਵਾਨ ਕਹਿੰਦੇ ਆ ਹੈਂਡ ਟੂ ਮਾਊਥ, ਹਾਂ ਕੋਈ ਨਹੀਂ ਕਮਾ ਲਾਂਗੇ, ਖਾ ਲਾਂਗੇ, ਕਾਹਦੀ ਟੈਨਸ਼ਨ, ਕੀ ਪਰਵਾਹ ਹੈ। ਤੇ ਬਜ਼ੁਰਗ ਪੀੜ੍ਹੀਆਂ ਤੱਕ ਜੋੜ ਕੇ ਵੀ ਰੋਂਦੇ ਫਿਰਦੇ ਆ, ਹਾਏ ਘਾਟਾ ਪੈ ਗਿਆ, ਹਾਏ ਅਸੀਂ ਦੁਖੀ ਹਾਂ। ਸੁਖੀ ਤੁਸੀਂ ਕਿਹੜੇ ਦਿਨ ਹੋਏ ਹੋ? ਤੁਹਾਡੀ ਤੇ ਜ਼ਿੰਦਗੀ ਪਸ਼ੂਆਂ ਢੋਰਾਂ ਵਾਲੀ ਹੈ। ਸਾਰੀ ਜ਼ਿੰਦਗੀ ਢੋਂਦੇ ਰਹੇ, ਜਦ ਆਨੰਦ ਮਾਣਨ ਦਾ ਸਮਾਂ ਆਇਆ, ਹੁਣ ਬੁਢਾਪਾ ਆ ਗਿਆ ਦੰਦ ਤੇ। ਹੁਣ 3600 ਰੋਗ ਲੱਗੇ ਆ। ਹੁਣ ਕਹਿੰਦੇ ਪੀਜ਼ਾ ਖਾਣ ਨੂੰ ਜੀ ਕਰਦਾ, ਮਿੱਠਾ ਖਾਣ ਨੂੰ ਜੀ ਕਰਦਾ, ਕਹਿੰਦੇ ਕੱਖ ਨਹੀਂ ਮਿਲਣਾ, ਦਵਾਈ ਖਾ ਪਹਿਲਾਂ ਸ਼ੂਗਰ ਦੀ,
ਬੀਪੀ ਦੀ ਗੋਲੀ ਲੈ ਲਈ ਹੈ, ਖਾਲੀ ਪੇਟ ਖਾਧੀ ਐਂਟਾਸਿਡ, ਹੁਣ ਇੱਥੇ ਤੁਰਿਆ ਫਿਰਦਾ ਹੈ। ਜਦ ਸਮਾਂ ਸੀ ਉਦੋਂ ਹੰਕਾਰਿਆ ਫਿਰਦਾ ਸੀ, ਅੱਜ ਲਾਲਚੀ ਹੋਇਆ ਫਿਰਦਾ ਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਵੀ ਪਿਤਾ ਜੀ ਦਾ ਲਾਲਚ ਵਧੀ ਜਾਂਦਾ ਹੈ, ਇਹ ਲਾਲਚੀ ਹੈ। ਪੁੱਤ ਵੱਡਾ ਹੋਵੇ, ਹੋਰ ਕਮਾਵੇ, ਲੋਕਾਂ ਨੂੰ ਵਿਖਾਈਏ ਸਾਡੀ ਵੇਦੀਆਂ ਦੀ ਵੰਸ ਵੱਡੀ ਹੈ। ਗੁਰੂ ਸਾਹਿਬ ਜੀ ਨੇ ਮਾਨੀ ਮਨ ਸੋਚਿਆ ਜੇ ਮਾਤਾ ਜੀ ਦੀ ਝੋਲੀ ਸੰਤੋਖ ਪਿਆ ਤੇ ਇਹਨਾਂ ਨੂੰ ਵੀ ਦੇ ਦਈਏ, ਕਿਉਂਕਿ ਜੇ ਮਾਤਾ ਜੀ ਚੁੱਪ ਰਹਿਣਗੇ ਤੇ ਇਹਨਾਂ ਨੇ ਤਾਨੇ ਮਾਰਦੇ ਰਹਿਣਾ ਪਿੱਛੋਂ, ਵੇਖ ਮੇਰਾ ਪੁੱਤ ਭੰਡੀਓ ਕਰਦੇ ਫਿਰਦੇ ਥਾਂ ਥਾਂ ਤੇ। ਅੱਜ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਜਿੰਨਾ ਬੋਲੇ ਆ, ਸਤਿਗੁਰਾਂ ਦੇ ਖੁਦ ਪਿਤਾ ਜੀ ਬੋਲੇ ਆ, ਘਰ ਘਰ ਜਾ ਕੇ ਬੋਲੇ ਆ, ਵੇਖੋ ਮੇਰਾ ਪੁੱਤ ਵਿਹਲੜਾ ਹੈ, ਮੇਰਾ ਪੁੱਤ ਫਕੀਰ ਹੈ, ਇਹ ਕੁਝ ਨਹੀਂ ਕਰਦਾ। ਇਹਦਾ ਭਾਵ ਕੀ ਹੈ? ਜਿਨ੍ਹਾਂ ਦੇ ਬਜ਼ੁਰਗ ਇੱਦਾਂ ਬੋਲਦੇ ਨੇ ਕਿਤੇ ਨਾ ਕਿਤੇ ਦਿਲ ਦੇ ਸੱਚੇ ਸੁੱਚੇ ਹੁੰਦੇ ਨੇ। ਜਿਹੜਾ ਬੰਦਾ ਕਪਟੀ ਆ ਨਾ, ਪਤਾ ਉਹਨੂੰ ਵੀ ਆਪਣੀ ਔਲਾਦ ਦਾ ਹੁੰਦਾ ਵੀ ਕੀ ਸਵਾੜ ਆਉਂਦੀ ਹੈ, ਪਰ ਉਹ ਲੋਕਾਂ ਨਾਲ ਬਹਿਸ ਕਰਦਾ ਵੀ ਸਾਡੇ ਨਿਆਣੇ ਲੈ ਇਹਨਾਂ ਵਰਗਾ ਕੌਣ ਹੋ ਜਾਊਗਾ, ਕਰਦੇ ਆ ਨਾ ਲੋਕੀ। ਇੱਦਾਂ ਕਹੋ ਕੋਈ ਨਹੀਂ ਭਾਈ ਅਜੇ ਤੱਕ ਤੇ ਠੀਕ ਨੇ, ਕੱਲ੍ਹ ਬਾਰੇ ਕੁਛ ਨਹੀਂ ਕਹਿ ਸਕਦੇ, ਇਹ ਰੱਬ ਜਾਣਦਾ, ਫਿਰ ਕੋਈ ਚਿੰਤਾ ਨਹੀਂ। ਗਲਤ ਕੰਮ ਵੀ ਕਰ ਦੋ, ਲੋਕੀ ਕਹਿੰਦੇ ਮਾਂ ਬਾਪ ਤੇ ਪਹਿਲਾਂ ਜ਼ਿੰਮੇਵਾਰੀ ਨਹੀਂ ਚੁੱਕਦੇ ਸੀ, ਜਦੋਂ ਜ਼ਿੰਮੇਵਾਰੀਆਂ ਚੁੱਕੀਆਂ ਔਖਾ ਫੇਰ ਹੈ। ਪਿਤਾ ਜੀ ਲੋਕਾਂ ਦੇ ਵਿੱਚ ਆਪਣੇ ਪੁੱਤ ਦੀਆਂ ਜਨਮ ਵੇਲੇ ਸਿਫਤਾਂ ਕਰਦੇ ਸੀ। ਸੁਣਿਆ ਹੁਣ ਆਪ ਜੀ ਨੇ, ਮੇਰਾ ਪੁੱਤ ਪਟਵਾਰੀ ਬਣੂਗਾ, ਮੈਂ ਇੰਨਾ ਪੜ੍ਹਾ ਦਿਆਂਗਾ। ਪਰ ਜਦੋਂ ਸਤਿਗੁਰਾਂ ਨੇ ਉਸ ਪਾਸੇ ਖਿਆਲ ਨਹੀਂ ਕੀਤਾ ਤੇ ਫਿਰ ਬਾਪੂ ਜੀ ਹੀ ਵਿਰੁੱਧ ਬੋਲਦੇ ਰਹੇ। ਕਦੇ ਪੰਡਤ ਹਰਦਿਆਲ ਕੋਲ ਜਾ ਕੇ, ਕਦੇ ਗੋਪਾਲ ਪਾਧੇ ਕੋਲ ਜਾ ਕੇ, ਕਦੇ ਰਾਏ ਬੁਲਾਰ ਸਾਹਿਬ ਕੋਲ ਜਾ ਕੇ, ਜਿੱਥੇ ਜਿੱਥੇ ਸਤਿਗੁਰਾਂ ਦਾ ਉੱਠਣਾ ਬੈਠਣਾ ਸੀ, ਭਾਈ ਬਾਲੇ ਦੇ ਘਰੇ, ਭਾਈ ਮਰਦਾਨੇ ਦੇ ਘਰੇ, ਜਾਂ ਫਿਰ ਸਤਿਗੁਰ ਸੁਲਤਾਨਪੁਰ ਰਹਿੰਦੇ ਸੀ, ਇੱਕੋ ਗੱਲ ਕਹਿੰਦੇ ਸੀ, ਇਹ ਵਿਹਲੜ ਹੈ, ਕਿਸੇ ਕੰਮ ਦਾ ਨਹੀਂ, ਬਾਰ-ਬਾਰ ਬੋਲਦੇ ਰਹੇ। ਪਰ ਗੁਰੂ ਸਾਹਿਬ ਨੇ ਗੁੱਸਾ ਨਹੀਂ ਕਦੇ ਕੀਤਾ, ਕ੍ਰੋਧ ਨਹੀਂ ਕੀਤਾ। ਅੱਜ ਉਹੀ ਪਿਤਾ ਜੀ ਫੇਰ ਉਹੀ ਗੱਲ ਸ਼ੁਰੂ ਕਰਦੇ ਆ, ਪੁੱਤਰ ਆਖਰਕਾਰ ਜਿੱਥੇ ਮਰਜੀ ਘੁੰਮ ਕੇ ਆ ਜੀ, ਜਿਹੜਾ ਆਨੰਦ ਤੇ ਸਕੂਨ ਤੈਨੂੰ ਘਰ ਮਿਲਣਾ ਨਾ, ਕਿਸੇ ਪ੍ਰਦੇਸ਼ ਚੋਂ ਪ੍ਰਾਪਤ ਹੋਣਾ ਨਹੀਂ। ਜਾਣਿਓ ਜਿਉ ਕਰੀਏ ਨਿਜ ਕਾਰਜ, ਮੋਹ ਕਹਿਨੋ ਕਬ ਲੋਭਨ ਆਵੇ। ਪੁੱਤ ਮੈਂ ਕਦ ਤੱਕ ਤੈਨੂੰ ਸਮਝਾਵਾਂ, ਤੂੰ ਕਿਹੜਾ ਸਾਡੀ ਮੰਨਣੀ ਹੈ। ਜਦੋਂ ਇੰਨੇ ਵਚਨ ਪਿਤਾ ਜੀ ਨੇ ਆਖੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਉੱਠੇ, ਸਾਹਮਣੇ ਖੜੇ ਹੋਏ, ਨਜ਼ਰ ਭਰ ਕੇ ਬਾਪੂ ਜੀ ਦੀ ਅੱਖ 'ਚ ਅੱਖ ਪਾਈ। ਆ ਗਿਆ ਸਮਾਂ ਭਾਗਾਂ ਦਾ। ਜਦੋਂ ਨਜ਼ਰ ਭਰ ਕੇ ਮਹਾਰਾਜ ਨੇ ਤੱਕਿਆ, ਪਿਤਾ ਮੁਸਕਰਾ ਪਏ। ਇੱਕਦਮ ਜੀਵਨ ਦਾ ਉਲਟ ਫੇਰ ਹੋ ਗਿਆ, ਇੱਕ ਸੈਕਿੰਡ ਪਲ ਵਿੱਚ। ਪਿਤਾ ਜੀ ਪਤਾ ਕੀ ਕਹਿੰਦੇ? ਪੁੱਤ ਤੇਰੀ ਜ਼ਿੰਦਗੀ, ਜੋ ਤੇਰਾ ਜੀ ਕਰਦਾ ਕਰ, ਜਿੱਥੇ ਜਾਣਾ ਜਾ, ਮੈਨੂੰ ਕੋਈ ਫਰਕ ਨਹੀਂ। ਆਖੋ ਸਤਨਾਮ। ਮੈਂ ਕਹਿੰਦਾ ਆਪਾਂ ਵੀ ਸੁਣਨ ਨੂੰ ਤਰਸ ਗਏ ਸੀ, ਬਾਪੂ ਕਹਿਣਗੇ ਕਦੋਂ ਪੁੱਤ ਜਾ। ਅੱਜ ਕਹਿਤਾ, ਕਦੋਂ ਕਿਹਾ? ਜਦੋਂ ਮੇਰੇ ਸਾਹਿਬ ਨੇ ਇਹ ਬਚਨ ਕਮਾਇਆ ਕਿਹਨਾਂ ਦਾ? ਰਾਏ ਬੁਲਾਰ ਸਾਹਿਬ ਦਾ। ਅਜੇ ਪ੍ਰੋਪਰ ਗਿਆਨ ਨਹੀਂ ਬਖਸ਼ਿਆ, ਸਿਰਫ ਇੰਨੀ ਕੁ ਝਲਕ ਦਿੱਤੀ ਹੈ ਵੀ ਉਹ ਜਾਂਦੇ ਆਪਣੇ ਪੁੱਤ ਨੂੰ ਰੋਕਣ ਨਾ, ਇੰਨੀ ਕੁ ਸਮਝ ਆ ਜੇ, ਸੰਤੋਖ ਆ ਜੇ, ਸਬਰ ਆ ਜੇ ਵੀ ਸਾਡਾ ਪੁੱਤ ਜੋ ਕਰਦਾ ਚੰਗਾ ਹੀ ਕਰਦਾ, ਬੁਰਾ ਨਹੀਂ ਕਰਦਾ, ਕਿਉਂਕਿ ਭਗਤੀ ਕਰਦੇ ਕੋਈ ਬੁਰਾਈ ਥੋੜ੍ਹੀ ਹੈ। ਪਿਤਾ ਜੀ ਨੇ ਅੱਜ ਫਿਰ ਵੱਡਾ ਦਿਲ ਕਰਕੇ ਕਿਹਾ, ਪਹਿਲੀ ਵਾਰ ਕਹਿੰਦੇ ਪੁੱਤ ਜਿੱਥੇ ਤੇਰਾ ਦਿਲ ਕਰਦਾ, ਦੁਨੀਆ ਘੁੰਮਣ ਵਾਸਤੇ ਬਣੀ, ਘੁੰਮ ਫਿਰਿਆ, ਆ ਜਾਈ ਤੇਰੀ ਉਡੀਕ ਕਰਾਂਗੇ। ਏਕ ਤੂੰ ਧਾਤ ਤੋ ਹਮਰੇ, ਘਰ ਛੋੜ ਚਲੇ ਇਹ ਕਿਉਂ ਮਨ ਭਾਵੇ। ਬਸ ਇੰਨਾ ਕਿ ਸਾਨੂੰ ਝੋਰਾ ਜਾ ਲੱਗਦਾ ਵੀ ਇੱਕੋ ਇੱਕ ਪੋਤਾ ਤੇ ਉਹ ਵੀ ਘਰ ਛੱਡ ਕੇ ਜਾਵੇ, ਦੱਸ ਕੀ ਕਮੀ ਆ ਘਰੇ। ਠੀਕ ਹੈ ਜੀ, ਤੇ ਦੋ ਪੋਤੋ, ਇੱਕ ਕਹਿੰਦਾ ਹੈ ਵੀ ਕੱਲ੍ਹ ਨੂੰ ਪ੍ਰਾਪਰਟੀ ਵੰਡੀ ਜਾਣੀ, ਦੋ ਦੇ ਵਿੱਚ ਰਹਿਣਾ ਕੀ ਇਹਨਾਂ ਕੋਲੇ। ਪਰ ਇੱਕ ਹੈ ਉਹ ਵਿਦੇਸ਼ ਜਾਵੇ। ਕਹਿੰਦੇ ਪੁੱਤ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਤੈਨੂੰ ਕਹਿੰਦੇ ਸੀ, ਲੋਕ ਕਹਿਣਗੇ ਪਿਤਾ ਮਹਿਤਾ ਏ, ਪਿਤਾ ਪਟਵਾਰੀ ਹੈ ਤੇ ਪੁੱਤ ਸਾਧੜਾ ਬਣਿਆ ਹੋਇਆ ਹੈ, ਲੋਕ ਕਹਿਣਗੇ। ਪਰ ਕੋਈ ਨਹੀਂ ਪੁੱਤ, ਜੇ ਤੈਨੂੰ ਭਗਤੀ ਚੰਗੀ ਲੱਗਦੀ ਕਰ ਲੈ, ਤੈਨੂੰ ਫਕੀਰੀ ਚੰਗੀ ਲੱਗਦੀ ਕਮਾ ਲੈ, ਤਾਂ ਕੀ ਹੋਇਆ? ਸਾਰੇ ਪਰਿਵਾਰ ਜੋਗੀ ਮਾਇਆ ਮੇਰੇ ਕੱਲੇ ਕੋਲ ਬਥੇਰੀ। ਆਖੋ ਸਤਨਾਮ। ਪੁਸ਼ਤਾਂ ਬਹਿ ਕੇ ਖਾ ਲੈਣ। ਕਦੇ ਆਹ ਸ਼ਬਦ ਸੁਣਿਆ ਅੱਜ ਤੱਕ? ਮੈਂ ਤੇ ਪਹਿਲੀ ਵਾਰ ਸੁਣ ਰਿਹਾ। ਜਦੋਂ ਪਿਤਾ ਜੀ ਨੇ ਸ਼ਬਦ ਕਹੇ, ਗੁਰੂ ਸਾਹਿਬ ਨੂੰ ਨਾ ਕੋਈ ਖੁਸ਼ੀ ਹੈ ਨਾ ਕੋਈ ਗਮ ਹੈ, ਕਿਉਂਕਿ ਅਵਸਥਾ ਹੀ ਐਸੀ ਹੈ। ਜਦ ਪਿਤਾ ਝਿੜਕਦੇ ਸੀ ਉਦੋਂ ਦੁੱਖ ਕੋਈ ਨਹੀਂ ਸੀ, ਜੀ ਅੱਜ ਪਿਆਰ 'ਚ ਕਹਿੰਦੇ ਤੂੰ ਜਿੱਥੇ ਮਰਜ਼ੀ ਜਾਇਆ, ਰੌਲਾ ਕੋਈ ਨਹੀਂ ਤੇ ਖੁਸ਼ੀ ਕੋਈ ਨਹੀਂ, ਬਾਪੂ ਆਪਣੇ ਨਾਲ ਹੈ, ਕੋਈ ਰੌਲਾ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਵੱਲ ਵੇਖ ਰਹੇ ਨੇ। ਔਰ ਕਹੈ ਬਹੁ ਭਾਤਨ ਕੀ ਬਚ,
ਧਾਮ ਰਹਿ ਹਿਰਦੈ ਬਿਰਮਾਵੇ। ਹੁਣ ਸਤਿਗੁਰ ਜੀ ਕੋਲ ਬਹਿ ਕੇ ਪੈਂਦਾਂ ਵਾਲੇ ਪਾਸੇ ਪਿਤਾ ਜੀ ਦੇ ਕੋਲੇ, ਪਿਤਾ ਜੀ ਬੜੇ ਪ੍ਰੇਮ ਦੀਆਂ ਗੱਲਾਂ ਕਰਦੇ ਨੇ। ਪੁੱਤਰ, ਹਰ ਮਾਂ-ਬਾਪ ਨੂੰ ਹੁੰਦਾ ਹੈ ਧੀ ਪੁੱਤ ਘਰੇ ਰਹੇ ਤੇ ਚੰਗਾ ਹੈ। ਇੱਕ ਪੁੱਤ ਹੈ ਤੂੰ ਸਾਡਾ, ਤੇਰੇ ਆਸਰੇ ਸਾਡਾ ਦਿਨ ਲੰਘ ਜਾਂਦਾ ਹੈ। ਸਾਨੂੰ ਚੰਗਾ ਲੱਗਦਾ ਜਦੋਂ ਧੀ ਪੁੱਤ ਵਿਹੜੇ ਵਿੱਚ ਹੋਵੇ। ਪੁੱਤਰਾ, ਜਦੋਂ ਤੂੰ ਦੂਰ ਹੋਏਗਾ ਅਸੀਂ ਆਪਣੇ ਘਰ 'ਚ ਕੈਦੀ ਬਣ ਜਾਾਂਗੇ, ਤੈਨੂੰ ਵੇਖਣ ਲਈ ਤਰਸਾਂਗੇ, ਤੈਨੂੰ ਮਿਲਣ ਲਈ ਤਰਸਾਂਗੇ। ਗੁਰੂ ਸਾਹਿਬ ਜੀ ਸੁਣ ਕੇ ਆਨੰਦ 'ਚ ਹੀ ਰਹੇ। ਕੋਈ ਉਹਨਾਂ ਜਵਾਬ ਨਹੀਂ ਦਿੱਤਾ, ਕਿਉਂਕਿ ਹੁਣ ਪਿਤਾ ਜੀ ਦੀਆਂ ਗੱਲਾਂ ਵਿੱਚ ਮੋਹ ਨਹੀਂ ਹੈ। ਮੋਹ ਤੇ ਖਤਮ ਹੋ ਗਿਆ। ਇਹ ਪ੍ਰੇਮ ਦੀਆਂ ਗੱਲਾਂ ਨੇ। ਜਿੱਥੇ ਪ੍ਰੇਮ ਹੁੰਦਾ ਆਪਾਂ ਕਹਿੰਦੇ ਨਹੀਂ ਮਿੱਤਰਾ ਤੂੰ ਚੱਲਿਆ, ਹੁਣ ਪਿੱਛੋਂ ਦਿਲ ਨਹੀਂ ਲੱਗਣਾ, ਭਾਈ ਕਦ ਆਏਗਾ। ਸੁਭਾਵਿਕ ਗੱਲਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਕਹਿੰਦੇ ਆ ਆਪਾਂ। ਕਿਸੇ ਗੁਰੂ ਘਰ ਜਾਈਏ ਆਪਾਂ ਕਹਿੰਦੇ ਨਹੀਂ ਬੜੀ ਦੇਰ ਹੋ ਗਈ ਸੱਚਖੰਡ ਹਰਿਮੰਦਰ ਸਾਹਿਬ ਗਿਆ, ਅੱਜ ਬੜਾ ਜੀ ਕਰਦਾ, ਮਨ ਜਿਹਾ ਲੋਚਦਾ ਵੀ ਜਾਇਆ ਵਾ, ਚਿੱਤ ਕਰਦਾ ਗੇੜਾ ਕੱਢ ਹੀ ਆਵਾਂ, ਦਰਸ਼ਨ ਕਰ ਹੀ ਆਵਾਂ। ਉਹ ਪ੍ਰੇਮ ਹੈ। ਹੁਣ ਉਸ ਪ੍ਰੇਮ ਦੀ ਬਦੌਲਤ ਪਿਤਾ ਜੀ ਸਤਿਗੁਰਾਂ ਦੇ ਤਾਈਂ ਮਿੱਠੇ ਮਿੱਠੇ ਬਚਨ ਬੜੇ ਸਹਿਜ ਵਿੱਚ ਬੋਲਦੇ ਨੇ। ਦੇਖ ਦਿਆ ਦ੍ਰਿਸ਼ਟੀ ਪਿਤ ਕੀ ਦਿਸ਼, ਮੋਹਨਿਓ ਉਪਮਾ ਭਲੇ ਆਈ। ਹੁਣ ਅੰਦਰ ਦਾ ਮੋਹ ਪਿਤਾ ਜੀ ਦਾ ਕੱਟਿਆ ਗਿਆ। ਦਇਆ ਦ੍ਰਿਸ਼ਟੀ ਸਤਿਗੁਰਾਂ ਨੇ ਜਿੱਥੇ ਮਾਤਾ ਜੀ ਤੇ ਕੀਤੀ, ਉੱਥੇ ਪਿਤਾ ਜੀ ਤੇ ਕਰਤੀ। ਤੇ ਕੁਝ ਸਮੇਂ ਲਈ ਪਿਤਾ ਜੀ ਇੰਨੇ ਠਹਿਰਾਵ ਵਿੱਚ ਆਏ, ਕਹਿੰਦੇ ਪੁੱਤ ਜ਼ਿੰਦਗੀ ਦੇ ਵਿੱਚ ਘੁੰਮਣਾ ਫਿਰਨਾ ਚਾਹੀਦਾ, ਵਿਚਰਨਾ ਚਾਹੀਦਾ, ਥਾਂ ਥਾਂ ਤੇ ਜਾਈਦਾ, ਖੂਹ ਦੇ ਡੱਡੂ ਬਣ ਕੇ ਨਹੀਂ ਬੈਠੀਦਾ, ਘੁੰਮੋ ਫਿਰੋ। ਗੁਰੂ ਸਾਹਿਬ ਕਹਿੰਦੇ ਸਤ ਵਚਨ ਪਿਤਾ ਜੀ। ਜਦੋਂ ਸਤ ਵਚਨ ਗਿਆ ਨਾ, ਪਿਤਾ ਜੀ ਸ਼ਬਦ ਵਰਤਿਆ, ਬੜੇ ਪਿਆਰ 'ਚ ਭਿੱਜ ਕੇ ਵਰਜ ਨੇ ਕਿਹਾ ਨਾ, ਜਦੋਂ ਪਿਤਾ ਜੀ ਸਤਿਗੁਰਾਂ ਨੂੰ ਵੇਖ ਅਤ ਪ੍ਰਸੰਨ ਹੋ ਗਏ। ਖਗ ਕੋ ਚਪਟਾਤ, ਦਬਾਏ ਕੈ ਦੇਤ ਨਹੀਂ ਉਕਸਾਈ। ਇੱਥੇ ਭਾਈ ਬਾਲਾ ਜੀ ਦੱਸਦੇ ਬਹਿਰੀ ਨਾਮ ਹੈ ਸ਼ਿਕਾਰੀ ਦਾ। ਕਹਿੰਦੇ ਜਿਵੇਂ ਸ਼ਿਕਾਰੀ ਆਪਣੇ ਸ਼ਿਕਾਰ ਤੇ ਝਪਟ ਮਾਰਦਾ ਮੁੜ ਕੇ ਉੱਠਣ ਨਹੀਂ ਨਾ ਦਿੰਦਾ, ਬਹਿਰੀ ਦਾ ਦੂਜਾ ਅਰਥ ਹੈ ਬਾਜ। ਬਾਜ ਜੀ ਤੇ ਝਪਟ ਮਾਰੇ ਜੀ, ਬਾਜ ਕੋਲੋਂ ਪੰਛੀ ਉੱਡ ਕੇ ਚੱਲ ਜੇ ਤੇ ਬਾਜ ਕਾਹਦਾ? ਉਹ ਭਾਵੇਂ ਅਸਮਾਨ ਦੀ ਗਹਿਰਾਈ ਦੇ ਉੱਤੇ ਹੋਵੇ, ਜਦ ਉਹਦੀ ਰੇਂਜ ਵਿੱਚ ਕੋਈ ਨਜ਼ਰ ਵਿੱਚ ਆ ਗਿਆ ਤੇ ਫਿਰ ਉਹ ਨਹੀਂ ਤੇ ਜਾਂ ਕੋਈ ਹੋਰ ਨਹੀਂ, ਸ਼ਿਕਾਰੀ ਨਹੀਂ ਬਖਸ਼ਦਾ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿਤਾ ਜੀ ਦੀ ਮੋਹ ਦੀ ਪਕੜ ਤੇ ਸ਼ਿਕਾਰੀ ਬਣ ਕੇ ਐਸਾ ਧੱਕਾ ਕੀਤਾ, ਐਸਾ ਜ਼ੋਰ ਪਾਇਆ, ਐਸੀ ਝਪਟ ਮਾਰੀ। ਕਹਿੰਦੇ ਬਾਪੂ ਜੀ ਦਾ ਮੋਹ ਪਤਾ ਨਹੀਂ ਕਿੱਥੇ ਗਿਆ, ਮੋਹ ਹੈ ਹੀ ਨਹੀਂ ਹੁਣ ਅੰਦਰ। ਖੁਸ਼ ਬੜੇ ਆ, ਖੁਸ਼ ਇਸ ਕਰਕੇ ਆ ਵੀ ਇਸ ਵੇਲੇ ਤੇ ਪੁੱਤ ਮੇਰਾ ਸਾਹਮਣੇ ਬੈਠਾ, ਅਸੀਂ ਇਹ ਚੀਜ਼ ਨਹੀਂ ਮੰਨ ਰਹੇ। ਜੋ ਸਾਡੇ ਕੋਲ ਨਹੀਂ ਹੈ ਅਸੀਂ ਉਹਦੇ ਪਿੱਛੇ ਭੱਜੇ ਫਿਰਦੇ ਆ, ਜੋ ਸਾਡੇ ਕੋਲ ਹੈ ਉਹਦਾ ਅਸੀਂ ਕਦੇ ਆਨੰਦ ਮਾਣਿਆ ਹੀ ਨਹੀਂ, ਉਹਦਾ ਸਾਨੂੰ ਚਾਹ ਹੀ ਕੋਈ ਨਹੀਂ। ਸਿਰਫ ਬੰਦਾ ਕੋਲ ਰਹਿਣ ਵਾਲੀ ਰੱਖਣ ਵਾਲੀ ਚੀਜ਼ ਦਾ ਕਦੇ ਸੁੱਖ ਨਹੀਂ ਮਾਣਦਾ, ਜਦੋਂ ਕੋਲੋਂ ਚਲੀ ਜਾਏ ਫਿਰ ਦੁਖੀ ਹੈ, ਤੇ ਜਾਂ ਉਹ ਵਸਤੂ ਕੋਲ ਨਹੀਂ ਹੈ ਤੇ ਉਦੋਂ ਦੁਖੀ ਹੈ। ਹੁਣ ਗੁਰੂ ਪਿਤਾ ਸਤਿਗੁਰ ਕੋਲ ਬੈਠੇ ਆ, ਸਤਿਗੁਰਾਂ ਦੇ ਪਿਤਾ ਜੀ ਖੁਸ਼ ਨੇ। ਅੱਜ ਤੱਕ ਨਹੀਂ ਹੋਏ ਵੀ ਪੁੱਤ ਘਰ ਬੈਠਾ ਮੈਂ ਆਪਣੇ ਪੁੱਤ ਤੋਂ ਖੁਸ਼ ਹਾਂ, ਅੱਜ ਖੁਸ਼ ਨੇ ਵੀ ਵਿਦੇਸ਼ ਜਾਣਾ ਜਾਵੇ, ਪਰ ਹੁਣ ਤੇ ਕੋਲ ਬੈਠਾ ਨਾ। ਇਸ ਪਲ ਤੇ ਸਤਿਗੁਰ ਜੀ ਅੱਖਾਂ ਦੇ ਸਨਮੁਖ ਹਨ। ਸ਼ਾਂਤ ਭਈ ਮਨ ਫਿਰ ਕਹਿਓ ਨਹਿ, ਤੂਸ਼ਨ ਹੋਏ ਰਹਿਓ ਸੁਖ ਪਾਈ। ਸਤਿਗੁਰ ਜੀ ਉੱਠੇ ਨੇ ਪਿਤਾ ਜੀ ਦੇ ਕੋਲੋਂ ਤੇ ਪਿਤਾ ਜੀ ਸ਼ਾਂਤ ਹੋ ਕੇ ਬਹਿ ਗਏ, ਬਿਲਕੁਲ ਸ਼ਾਂਤ, ਨਜ਼ਰਾਂ ਵੀ ਟਿਕਾਣੇ ਨੇ। ਸ਼ਾਂਤੀ ਜਦੋਂ ਆ ਗਈ ਨਾ, ਸਾਡੀਆਂ ਨਜ਼ਰਾਂ ਟਿਕ ਜਾਣਗੀਆਂ, ਅਸੀਂ ਭੜਕਾਂਗੇ ਨਹੀਂ। ਸਾਡਾ ਅਸ਼ਾਂਤ ਮਨ ਹੈ, ਧਾਰਮਿਕ ਥਾਂ ਤੇ ਬਹਿ ਕੇ ਵੀ ਸਾਡੀਆਂ ਨਜ਼ਰਾਂ ਧਾਰਮਿਕ ਨਹੀਂ ਨੇ, ਕੰਨ ਧਾਰਮਿਕ ਨਹੀਂ ਨੇ। ਗੁਰੂ ਦੀ ਹਜ਼ੂਰੀ ਵਿੱਚ ਬੈਠੇ ਵੀ ਅਸੀਂ ਲੋਕਾਂ ਦੇ ਅਵਗੁਣ ਅੱਖਾਂ ਨਾਲ ਫੋਲਦੇ ਰਹਿੰਦੇ ਹਾਂ। ਕਿੱਡਾ ਵੱਡਾ ਪਾਪ ਕਮਾਈਦਾ ਜੀ। ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਲੋਕਾਂ ਦੀ ਨਿੰਦਿਆ ਦਾ ਚਸਕਾ ਲੈਣਾ ਚਾਹੁੰਦੇ ਆ। ਬਾਹਰ ਕੀਤੇ ਪਾਪ ਗੁਰੂ ਘਰ 'ਚ ਬਖਸ਼ੇ ਜਾ ਸਕਦੇ, ਤੇ ਜੇ ਗੁਰੂ ਘਰ ਦਰਗਾਹ 'ਚ ਪਾਪ ਕਰ ਲਏ ਤੇ ਕਿਹੜੀ ਦਰਗਾਹ ਬਖਸ਼ੂਗੀ? ਹੈ ਕੋਈ? ਬਹੁਤ ਵੱਡੇ ਪਾਪ ਨੇ। ਹੁਣ ਸਤਿਗੁਰਾਂ ਦੇ ਪਿਤਾ ਕੋਲ ਬੈਠੇ ਆ, ਮਨ ਸ਼ਾਂਤ ਹੋ ਗਿਆ। ਅੱਜ ਕੋਈ ਬੁਰਾਈ ਨਹੀਂ, ਕੋਈ ਬੁਰਾ ਖਿਆਲ ਨਹੀਂ, ਬਿਲਕੁਲ ਪੀਸਫੁਲੀ। ਕਦੇ ਬੈਠੇ ਤਾਂ ਪਿਤਾ ਤੇ ਕਲਪਦੇ ਰਹਿੰਦੇ ਸੀ, ਤੜਫਦੇ ਰਹਿੰਦੇ ਸੀ, ਬੋਲਦੇ ਰਹਿੰਦੇ ਸੀ। ਜਿੱਦਣ ਗੁਰੂ ਕੀ ਬਾਣੀ ਦਾ ਅਸਰ ਸਿੱਖ ਦੇ ਜੀਵਨ ਤੇ ਹੋ ਗਿਆ ਤੇ ਸਿੱਖ ਜਿੱਥੇ ਬੈਠਾ ਆਪਣੇ ਰਸ 'ਚ ਬੈਠੋ, ਕਹਿੰਦਾ ਮੈਨੂੰ ਜੱਗ ਦੀ ਕੀ ਪਰਵਾਹ, ਮੈਨੂੰ ਆਪਣੇ ਪਿਆਰੇ ਸਤਿਗੁਰ ਦੀ ਪਰਵਾਹ। ਤੇ ਸਾਨੂੰ ਅੱਜ ਗੁਰੂ ਘਰ ਬੈਠੇ ਆ, ਮੰਦਰ ਮਸਜਿਦ ਬੈਠੇ ਆ, ਵੀ ਲੋਕਾਂ ਦੀ ਪਰਵਾਹ ਹੈ।
ਗੁਰੂ ਦੀ ਤੇ ਸਾਨੂੰ ਪਿਆਰ ਤੇ ਪ੍ਰੀਤ ਤੇ ਫਿਕਰ ਕੋਈ ਨਹੀਂ ਹੈ। ਕਿਤੇ ਨਾ ਕਿਤੇ ਕੋਈ ਮਾੜਾ ਕਰਮ ਅੱਗੇ ਆ ਜਾਂਦਾ ਹੈ। ਪਿਤਾ ਸ਼ਾਂਤ ਬੈਠੇ ਆ, ਮਰਜ ਉੱਠ ਕੇ ਬਾਹਰ ਆ ਗਏ, ਪਰ ਬਾਪੂ ਜੀ ਨੇ ਮੁੜ ਕੇ ਆਪਣੇ ਪੁੱਤਰ ਵੱਲ ਨਹੀਂ ਵੇਖਿਆ ਵੀ ਇਹ ਇਦਾਂ ਕਿਉਂ ਕਰਦਾ ਹੈ। ਖਿਆਲ ਹੀ ਨਹੀਂ ਕੋਈ। ਸ਼ਾਂਤੀ ਕਿੱਥੇ ਹੈ? ਜਿੱਥੇ ਸਾਰੇ ਥਾਟਸ ਤੁਹਾਡੇ ਮੁੱਕ ਜਾਣ, ਰੁਕ ਜਾਣ। ਕੱਲ ਕੀ ਹੋਇਆ, ਅੱਜ ਕੀ ਹੋਣਾ, ਕੱਲ ਕੀ ਹੋਏਗਾ, ਇਹ ਖਤਮ ਸਾਡੇ 'ਚ ਹੁੰਦੇ ਆ। ਨਹੀਂ, ਗੁਟਕਾ ਸਾਹਿਬ ਹੱਥ ਦੇ ਵਿੱਚ ਹੈ, ਸੋਚੀ ਜਾਣਾ ਹੈ ਅੱਜ ਆਹ ਕਰ ਲਈਏ, ਕੱਲ ਉਹ ਕਰ ਲਾਂਗੇ। ਉਹਨੇ ਕੱਲ ਇਦਾਂ ਕਿਉਂ ਬੋਲਿਆ? ਅਸੀਂ ਤਿੰਨੇ ਕਾਲਾਂ ਵਿੱਚ ਫਸੇ ਪਏ ਆ, ਤੇ ਜਿੱਦਣ ਤਿੰਨਾਂ ਚੋਂ ਨਿਕਲ ਗਏ ਉਧਰ ਫਿਰ ਬਾਣੀ ਦਾ ਇੱਕ ਇੱਕ ਅੱਖਰ ਸਮਝ ਆਊਗਾ। ਕਿੰਨਾ ਪਿਆਰਾ ਬਚਨ ਸਤਿਗੁਰਾਂ ਲਿਖਿਆ ਹੈ, ਕਿੰਨਾ ਰਸ ਹੈ, ਕਿੰਨਾ ਆਨੰਦ ਹੈ, ਕਿੰਨਾ ਪ੍ਰੇਮ ਹੈ। ਭਿੱਜ ਜਾਓਗੇ ਤੁਸੀਂ। ਫਿਰ ਬਾਣੀ ਪੜ੍ਹੋਗੇ ਨਾ, ਕੋਲ ਬੈਠਾ ਸੁਣਨ ਵਾਲਾ ਵੀ ਕਹਿੰਦਾ ਭਾਈ ਸਾਹਿਬ ਅੱਜ ਬਹੁਤ ਆਨੰਦ ਆਇਆ, ਬੜਾ ਰਸ ਆਇਆ, ਕਿਉਂਕਿ ਗਾਉਣ ਵਾਲਾ ਸੁਣਾਉਣ ਵਾਲਾ ਭਿੱਜਿਆ ਹੋਇਆ ਸੀ। ਤੇ ਜੇ ਸੁਣਾਉਣ ਵਾਲਾ ਪਾਠ ਆਪ ਨਹੀਂ ਨਾ ਭਿੱਜਿਆ, ਆਪ ਉੱਥੇ ਹਾਜ਼ਰ ਨਹੀਂ ਹੈ, ਉਹ ਲੱਖ ਸੁਰਾਂ ਦੀਆਂ ਲਾਈ ਜਾਵੇ, ਹੇਕਾਂ ਲਾਈ ਜਾਵੇ, ਅਗਲਾ ਕਹਿੰਦਾ ਯਾਰ ਕੰਨ ਪਾੜ ਸ਼ੋਰ ਹੈ, ਗੱਲ ਜੀ ਨਹੀਂ ਬਣੀ, ਚੀਕਾਂ ਹੀ ਮਾਰਦਾ ਸੀ। ਪਾਠ ਦਾ ਰਸ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਸੁਣਾਉਣ ਵਾਲਾ ਆਪਣੀ ਵਿਪਤਾ 'ਚ ਫਸਿਆ ਹੋਇਆ ਹੈ, ਉਹ ਆਪਣੀਆਂ ਪਰੇਸ਼ਾਨੀਆਂ 'ਚ ਘਿਰਿਆ ਹੋਇਆ ਹੈ। ਸਤਿਗੁਰਾਂ ਦੇ ਪਿਤਾ ਜੀ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤ ਹੋਏ। ਆ ਭਾਵੇਂ 2 ਪਲ ਦਾ ਸਕੂਨ ਹੋਵੇ, ਉਹਨੂੰ ਜ਼ਿੰਦਗੀ ਕਹਿੰਦੇ ਆ, ਜਦੋਂ ਚਿੰਤਾ ਨਾ ਹੋਵੇ। ਕਦੇ ਕਦੇ ਆਪਾਂ ਆਉਨੇ ਆ 24 ਘੰਟਿਆਂ 'ਚੋਂ ਇੱਕ ਅੱਧਾ ਮਿੰਟ ਸਾਡਾ ਐਸਾ ਹੁੰਦਾ ਹੈ ਜਦੋਂ ਅਸੀਂ ਬਹੁਤ ਖੁਸ਼ ਹੁੰਦੇ ਆ। ਪਰ ਜੇ ਜ਼ਿਆਦਾਤਰ ਵੇਖਿਆ ਜਾਵੇ 24 ਘੰਟੇ ਸਾਡੇ ਅਸੀਂ ਸੜੇ ਪਏ ਆ ਕੋਲੇ ਵਾਂਗੂ, ਹਰ ਵੇਲੇ ਅੰਦਰੋਂ, ਹਰ ਵੇਲੇ। ਕੋਈ ਸਾਨੂੰ ਨਹੀਂ ਵੀ ਬੁਲਾਉਂਦਾ, ਸਾਡੇ ਮਨ 'ਚ ਤਾਂ ਪਾਪ ਜਗ ਪੈਣਾ, ਕਿਉਂ ਨਹੀਂ ਬੁਲਾਉਂਦਾ। ਕੋਈ ਸਾਨੂੰ ਬੁਲਾਉਂਦਾ ਹੈ, ਸਾਡੇ ਅੰਦਰ ਫੇਰ ਪਾਪ ਆ ਜਾਣਾ, ਇਹ ਕਿਉਂ ਬੁਲਾਉਂਦਾ ਹੁਣ। ਕੋਈ ਕਿਸੇ ਕੋਲ ਖੜ ਗਿਆ ਤਾਂ ਪਾਪ ਆ ਜਾਣਾ ਵੀ ਸਾਡੇ ਕੋਲ ਕਿਉਂ ਨਹੀਂ ਖੜਿਆ। ਇਹ ਕੀ ਹੈ? ਅੰਦਰ ਦੀ ਅਸ਼ਾਂਤੀ, ਅੰਦਰ ਦੀ ਈਵਲ, ਬੁਰਾਈ। ਪਰ ਗੁਰੂ ਸਾਹਿਬ ਨੇ ਪਿਤਾ ਦੇ ਅੰਦਰ ਦੀ ਬੁਰਾਈ ਮੁਕਾ ਦਿੱਤੀ। ਉਹ ਬੁਰਾਈ ਕਿਹੜੀ ਸੀ? ਮੋਹ ਦੀ। ਪਿਤਾ ਹਰ ਵੇਲੇ ਸੋਚਦੇ ਸੀ ਮੇਰਾ ਪੁੱਤ ਮਰਦਾਨੇ ਨਾਲ ਤੁਰਿਆ ਫਿਰਦਾ ਰਹਿੰਦਾ ਹੈ, ਉਹਨੂੰ ਝਿੜਕ ਦਿੰਦੇ ਆ। ਮੇਰਾ ਪੁੱਤ ਭਾਈ ਬਾਲੇ ਨਾਲ ਤੁਰਿਆ ਫਿਰਦਾ, ਉਹ ਬਾਲਿਆ ਤੂੰ ਮੇਰਾ ਪੁੱਤ ਪੱਟਤਾ, ਇਹਦਾ ਮੋਦੀਖਾਨਾ ਉਜਾੜਤਾ, ਤੂੰ ਆਪਣੇ ਘਰ ਆਰਾਮ ਨਾਲ ਬੈਠਾ, ਮੇਰੇ ਪੁੱਤ ਦੇ ਪੈਸੇ ਖਰਚਾਈ ਜਾਂਦਾ। ਇਹ ਕੀ ਸੀ? ਇੱਕ ਬੁਰਾਈ ਸੀ ਅੰਦਰ, ਮੋਹ ਦੀ। ਅੱਜ ਜਦੋਂ ਨਾ ਇਹ ਵਚਨ ਗੁਰੂ ਸਾਹਿਬ ਨੇ ਕਹਿ ਦਿੱਤੇ, ਅੱਜ ਤੋਂ ਬਾਅਦ ਜੇ ਭਾਈ ਬਾਲਾ ਵੀ ਆਉਣਗੇ ਤੇ ਪਿਤਾ ਜੀ ਹੱਥ ਹੀ ਜੋੜਨਗੇ, ਕਿਉਂਕਿ ਹਾਜ਼ਰ ਨੇ ਜ਼ਿੰਦਗੀ 'ਚ ਹਾਜ਼ਰ। ਕਦੇ ਇਕੱਲੇ ਬਹਿ ਕੇ ਸੋਚਿਓ, ਉਮਰਾਂ ਸਾਡੀਆਂ ਕਿੰਨੀਆਂ ਹੋ ਗਈਆਂ, ਅਸੀਂ ਘਰ ਦੇ ਜਿਸ ਕਮਰੇ 'ਚ ਬੈਠੇ ਹਾਂ ਅਸੀਂ ਹਾਜ਼ਰ ਹਾਂ ਉੱਥੇ? ਨਹੀਂ ਹਾਂ, ਬਿਲਕੁਲ ਵੀ ਨਹੀਂ ਆ। ਅਸੀਂ ਜਿਹੜੀ ਪਾਰਕ ਵਿੱਚ ਬੈਠੇ ਹਾਂ, ਜਿਹੜੀ ਲੋਕੇਸ਼ਨ 'ਤੇ ਬੈਠੇ ਹਾਂ, ਕਿਸੇ ਵੀ ਥਾਂ 'ਤੇ ਬੈਠੇ ਹਾਂ, ਭਾਵੇਂ ਹੋਟਲ ਹੈ, ਕੋਈ ਥਾਂ ਹੈ, ਅਸੀਂ ਹਾਜ਼ਰ ਹਾਂ ਉੱਥੇ? ਨਹੀਂ। ਗੁਰੂ ਘਰ ਬੈਠੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਕਰਦੇ ਹਾਂ, ਆਪਣੇ ਮਨ ਨੂੰ ਪੁੱਛ ਵੀ ਤੂੰ ਇੱਥੇ ਬੈਠਾ ਹੈ? ਬਿਲਕੁਲ ਵੀ ਨਹੀਂ। ਭਾਈ ਸਾਹਿਬ ਅਰਦਾਸ ਕਰਦੇ ਹੁੰਦੇ ਆ ਹਰ ਗੁਰੂ ਘਰ 'ਚ, ਆਪਾਂ ਪਿੱਛੇ ਖੜੇ ਹੱਥ ਜੋੜੀ, ਕਦੇ ਪੱਖਿਆਂ ਵੱਲ ਵੇਖੀ ਜਾਂਦੇ ਆ, ਕਦੇ ਪਰਦਿਆਂ ਵੱਲ, ਕਦੇ ਵੇਖਿਆ ਕਿਹੜਾ ਕੀ ਕਰੀ ਜਾਂਦਾ, ਕਿਹਦਾ ਫੋਨ ਵੱਜਦਾ, ਹੁੰਦਾ ਨਾ ਕਿ ਅਸੀਂ ਹਾਜ਼ਰ ਹਾਂ। ਗੱਲ ਹੀ ਉਦੋਂ ਬਣਨੀ ਹੈ ਜਿੱਦਣ ਮਨ ਕਰਕੇ ਹਾਜ਼ਰ ਹੋ ਗਏ। ਹਾਜ਼ਰ ਉਦੋਂ ਹੋਵਾਂਗੇ ਜਿੱਦਣ ਆਪਣੀ ਹਉਮੈ ਤੇ ਮੋਹ ਛੱਡਾਂਗੇ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਘਰੇ ਆਉਂਦੇ ਸੀ ਰੌਲਾ ਉਦੋਂ ਵੀ ਹੁੰਦਾ ਸੀ, ਪਰ ਅੱਜ ਰੌਲਾ ਮੁੱਕ ਗਿਆ। ਨਾ ਮਾਂ ਅਥਰੂ ਕੇਰੇ, ਨਾ ਹੁਣ ਪਿਤਾ ਜੀ ਬੜਬੜਾਉਂਦੇ ਨੇ, ਚੁੱਪ ਕਰਕੇ ਸ਼ਾਂਤ ਬੈਠੇ ਆਪਣੇ ਪੁੱਤਰ ਨੂੰ ਵੇਖ ਰਹੇ ਆ ਤੇ ਅੰਦਰੋਂ ਪ੍ਰਸੰਨਤਾ ਆ ਰਹੀ ਹੈ। ਆਪਣੇ ਪੁੱਤ ਤੇ ਅੱਜ ਨਾਜ਼ ਹੁੰਦਾ ਏ। ਓਡ ਰਹੇ ਪਰਜੰਕ ਕੇ ਉਪਰ, ਸ਼੍ਰੀ ਗੁਰੂ ਨਾਨਕ ਜੀ ਗਤ ਦਾਈ। ਅੱਜ ਸਾਜਰੇ ਹੀ ਸਤਿਗੁਰਾਂ ਨੇ ਚਾਦਰ ਲਈ ਪਲੰਗੇ ਤੇ ਸੌਂ ਗਏ। ਅੱਗੇ ਪਿਤਾ ਜੀ ਨਾ ਇਹ ਵੀ ਬਰਦਾਸ਼ਤ ਨਹੀਂ ਸੀ ਕਰਦੇ। ਮੇਰਾ ਪੁੱਤ ਜੇ ਘਰੇ ਆਉਂਦਾ ਤੇ ਸੁੱਤਾ ਹੀ ਰਹਿੰਦਾ ਹੈ, ਪਤਾ ਨਹੀਂ ਇਹਨੂੰ ਕੀ ਬਿਮਾਰੀ ਹੈ। ਕਦੇ ਕਿਸੇ ਵੈਦ ਨੂੰ ਬੁਲਾ ਲਿਆ, ਕਦੇ ਕਿਸੇ ਨੂੰ। ਜੇ ਮਰਦ ਘਰ ਨਹੀਂ ਆਉਂਦੇ ਫੇਰ ਕਹਿੰਦੇ ਤੂੰ ਟਿਕਦਾ ਨਹੀਂ। ਜੇ ਚੁੱਪ ਬੈਠੇ ਆ ਤੇ ਚੁੱਪ ਨਹੀਂ ਰਹਿਣ ਦਿੰਦੇ। ਮਤਲਬ ਹਰ ਪਾਸੇ ਕੋਈ ਨਾ ਕੋਈ ਗੱਲ ਕਰੀ ਜਾਣੀ ਹੈ। ਅੱਜ ਗੁਰੂ ਸਾਹਿਬ ਪਲੰਗੇ ਤੇ ਪਏ ਆ, ਪਿਤਾ ਜੀ ਕੋਲੇ ਆਏ, ਅੱਜ ਨਹੀਂ ਬੋਲੇ ਕਿਉਂਕਿ ਅੰਦਰ ਸ਼ਾਂਤ ਹੈ। ਸ਼ਾਂਤ ਬੰਦਾ ਹੀ ਦੂਜੇ ਨੂੰ ਸ਼ਾਂਤ ਰਹਿਣ ਦੇ ਸਕਦਾ। ਦੁਖੀ ਕੋਲ ਜਾ ਕੇ ਬਹਿ ਜਾਓ, ਤੁਹਾਨੂੰ ਪਰੇਸ਼ਾਨ ਕਰ ਦੇਗਾ। ਗੁਰੂ ਸਾਹਿਬ ਸਿੰਘਾਸਣ ਤੇ ਪਏ, ਪਿਤਾ ਜੀ ਨੇ ਇੱਕ ਵੀ ਸ਼ਬਦ ਨਾ ਕਿਹਾ ਵੀ ਅੱਜ ਸਾਜਰੇ ਕਿਉਂ ਸੌਂ ਗਿਆ ਇਹ, ਅੱਜ ਕਿਉਂ ਵਿਹਲਾ ਪਿਆ, ਕੰਮ ਕਿਉਂ ਨਹੀਂ ਕਰਦਾ। ਕਹਿੰਦੇ ਕੋਲ ਆਏ ਦੱਬੇ ਪੈਰੀ, ਸਤਿਗੁਰਾਂ ਦੇ ਪਿਤਾ ਜੀ ਵਾਪਸ ਆ ਗਏ, ਪਰ ਮੇਰੇ ਪਾਤਸ਼ਾਹ ਬੜੇ ਆਨੰਦ ਵਿੱਚ ਊਕ ਨੀਂਦ ਸੁੱਤੇ ਨੇ। ਨੀਂਦ ਬਸੇ ਹੋਏ ਸੋਏ ਰਹੇ ਤਬ,
ਜਾਮਨ ਜਾਮ ਰਹੀ ਜਬ ਹੀ। ਸਾਰੀ ਰਾਤ ਆਰਾਮ 'ਚ ਸਤਿਗੁਰ ਪਏ ਰਹੇ। ਸਵੇਰ ਵੇਲਾ ਹੋਇਆ, ਸੁਵਖਤ ਹੀ ਉੱਠ ਗਏ। ਭਾਵ 2:30-3 ਵਜੇ ਪਹਿਰ ਰਾਤ ਰਹਿੰਦੀ, ਸਤਿਗੁਰ ਜਾਗੇ। ਪਿਤਾ ਜੀ ਦੀ ਅੱਖ ਖੁੱਲੀ, ਮੇਰਾ ਪੁੱਤਰ ਜਾਗਿਆ, ਅੱਜ ਨਹੀਂ ਬੋਲੇ। ਅੱਗੇ ਰੋਜ਼ ਕਹਿੰਦੇ ਸੀ ਆ ਸਾਧਾਂ ਪਿੱਛੇ ਲੱਗਿਆ ਹੋਇਆ, ਸਵੇਰੇ ਉੱਠ ਕੇ ਨਾ ਇਹਨੂੰ ਰਾਤ ਨੂੰ ਟਿਕਾ ਨਾ ਦਿਨੇ ਟਿਕਾ। ਅੱਜ ਸੱਚੇ ਪਾਤਸ਼ਾਹ ਉੱਠ ਕੇ ਘਰੋਂ ਬਾਹਰ ਆ ਗਏ ਜੀ। ਪਿਤਾ ਬੜੇ ਖੁਸ਼ ਨੇ, ਮੇਰਾ ਪੁੱਤਰ ਅੰਮ੍ਰਿਤ ਵੇਲਾ ਸੰਭਾਲਦਾ। ਵੇਖੋ ਸੋਚ ਬਦਲ ਜਾਂਦੀ ਆ ਨਾ। ਫਿਰ ਗੁਰੂ ਘਰ ਨਾਲ ਜੁੜਨ ਦਾ ਕੀ ਫਾਇਦਾ ਹੈ? ਜਿੱਦਣ ਆਪਾਂ ਸਤਿਗੁਰ ਦੇ ਦਰ ਨਾਲ ਜੁੜ ਗਏ, ਗੁਰੂ ਨਾਨਕ ਦੇ ਘਰ ਨਾਲ ਜੁੜ ਗਏ, ਸਾਡੀ ਸੋਚ ਬਦਲ ਜਾਣੀ ਹੈ। ਜਿੱਦਣ ਕੋਈ ਬੰਦਾ ਠੇਕੇ ਨਾਲ ਜੁੜਿਆ ਹੈ, ਆਸੇ ਪਾਸੇ ਜੁੜਿਆ ਹੈ, ਉਹਦੀ ਸੋਚ ਉਹੋ ਜਿਹੀ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਘਰ ਤੋਂ ਬਾਹਰ ਆਏ, ਪਿਤਾ ਜੀ ਅੱਜ ਨਹੀਂ ਬੋਲੇ ਵੀ ਪੁੱਤ ਐਡੇ ਇਸ ਵਕਤ ਹੀ ਉੱਠ ਕੇ ਕਿੱਥੇ ਤੁਰਿਆ ਫਿਰਦਾ ਫਕੀਰਾਂ ਵਾਂਗੂ, ਸਾਧਾ ਵਾਂਗੂ। ਨਹੀਂ, ਰੱਬ ਦਾ ਸ਼ੁਕਰ ਕਰਦੇ ਨੇ। ਆਲਸ ਛੋਰ ਉਠੇ ਕਰੁਣਾ ਨਿਧ, ਦਾਸਨ ਕੇ ਸੁਖ ਦਾ ਸਭ ਹੀ। ਅੱਜ ਸਤਿਗੁਰ ਜੀ ਚੁੱਪ ਚਪੀਤੇ ਘਰ ਤੋਂ ਬਾਹਰ ਆਏ। ਗੁਰੂ ਸਾਹਿਬ ਨੂੰ ਭਾਈ ਬਾਲਾ ਜੀ ਮਿਲ ਗਏ ਅੰਮ੍ਰਿਤ ਵੇਲੇ। ਜਦੋਂ ਮਿਲੇ ਨੇ, ਮੋਢੇ ਤੇ ਚਾਦਰਾ ਰੱਖਿਆ ਹੋਇਆ ਹੈ। ਸਾਹਿਬ ਜੀ ਪਿੰਡ ਤੋਂ ਬਾਹਰ ਵਾਲੇ ਪਾਸੇ ਆ ਗਏ। ਮੁਰਾਦ ਕੀ ਹੈ? ਇਸ਼ਨਾਨ ਕਰੀਏ, ਇਸ਼ਨਾਨ ਕਰਕੇ ਚੌਂਕੜਾ ਲਾਈਏ, ਰੱਬ ਦੀ ਇਬਾਦਤ ਦੇ ਵਿੱਚ ਬੈਠੀਏ। ਨਾਹਿਨ ਕਹੇਤ ਚਲੇ ਉਠ ਬਾਹਰ, ਚੰਦ ਕੀ ਜੋਨ ਦਿਪੈ ਤਬ ਹੀ। ਚੰਦ ਚਾਨਣੀ ਰਾਤ ਸੀ। ਗੁਰੂ ਸਾਹਿਬ ਚੱਲਦੇ ਚੱਲਦੇ ਨਾ ਰਾਏ ਬੁਲਾਰ ਸਾਹਿਬ ਦੇ ਘਰ ਦੇ ਬਿਲਕੁਲ ਦੀ ਸਾਹਮਣੇ ਦੀ ਆਏ, ਰਾਹ 'ਚੋਂ ਉਧਰ ਨੂੰ ਆ ਗਏ। ਅੱਜ ਸਤਿਗੁਰਾਂ ਦੇ ਉੱਠਣ ਦੀ, ਚੱਲਣ ਦੀ ਪੈੜ ਚਾਲ ਰਾਏ ਬੁਲਾਰ ਸਾਹਿਬ ਦੇ ਕੰਨਾਂ 'ਚ ਪਈ। ਕਿਉਂਕਿ ਪਤਾ ਹੈ ਖੜਾਮ ਪਾ ਕੇ ਸਤਿਗੁਰ ਹੀ ਤੁਰਦੇ ਆ। ਅੰਮ੍ਰਿਤ ਵੇਲੇ ਗੁਰੂ ਸਾਹਿਬ ਹੀ ਜਾਗਦੇ ਆ ਇਸ ਵੇਲੇ। ਤੇ ਰਾਏ ਬੁਲਾਰ ਸਾਹਿਬ ਵੀ ਉੱਠ ਕੇ ਬਹਿ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਖੂਹ ਵੱਲ ਚੱਲੇ ਆ, ਕਿਤੇ ਇਸ਼ਨਾਨ ਕਰ ਲਈਏ। ਉਸੇ ਥਾਂ ਤੇ ਬਹਿ ਕੇ ਚੌਂਕੜਾ ਲਾ ਕੇ ਰੱਬ ਦੀ ਇਬਾਦਤ ਕਰੀਏ। ਤਿਉ ਭਗਤੀ ਪ੍ਰਕਾਸ਼ਨ ਕੋ ਸਭ, ਦੇਸ਼ ਵਿਦੇਸ਼ ਚਲੇ ਅਬ ਹੀ। ਅੱਜ ਮਨ ਵਿੱਚ ਸਾਹਿਬਾਂ ਨੇ ਫੁਰਨਾ ਕੀਤਾ ਵੀ 1-2 ਦਿਨ ਕੱਟਣ ਤੋਂ ਬਾਅਦ ਦੇਸ਼ ਵਿਦੇਸ਼ ਚੱਲੀਏ। ਹੁਣ ਘਰ ਨਹੀਂ ਰਹਿਣਾ, ਪਿੰਡ ਨਹੀਂ ਰਹਿਣਾ, ਨਗਰ ਵਿੱਚ ਨਹੀਂ ਰਹਿਣਾ। ਕਿਉਂਕਿ ਜੇ ਨਗਰ ਵਿੱਚ ਰਵਾਂਗੇ, ਜਿਸ ਕਾਰਜ ਵਾਸਤੇ ਇਸ ਧਰਤੀ ਤੇ ਆਏ ਆ, ਉਹ ਅਧੂਰਾ ਰਹਿ ਜਾਏਗਾ। ਇਹ ਫੁਰਨਾ ਰਾਏ ਬੁਲਾਰ ਸਾਹਿਬ ਜਾਣ ਗਏ। ਕਿਉਂਕਿ ਹੁਣ ਉਹ ਅੰਤਰਜਾਮੀ ਨੇ। ਜਿਨ੍ਹਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਸਤਿਗੁਰ ਜਿਨ੍ਹਾਂ ਕੋਲ ਭੱਜੇ ਜਾਂਦੇ ਇੱਕ ਬਚਨ ਤੇ, ਉਹ ਦਿਲਾਂ ਦੀਆਂ ਜਾਣਦੇ ਆ। ਉਹਨਾਂ ਦੇ ਮਨ ਵਿੱਚ ਵੀ ਆਇਆ ਵੀ ਗੁਰੂ ਸਾਹਿਬ ਛੇਤੀ ਚਲੇ ਜਾਣਗੇ। ਕਿਉਂਕਿ ਉਧਰ ਰਾਜਾ ਸ਼ਿਵਨਾਭ ਨਿਤ ਚੇਤੇ ਕਰਦਾ ਏ। ਉਪਹਰ ਹੱਥ ਚਲੇ ਨਹਿ ਕੋਏ, ਫਿਰ ਇੱਕ ਦੋਏ ਤਬੈ ਗਤ ਦਾਈ। ਚੱਲਦੇ ਚੱਲਦੇ ਸਤਿਗੁਰ ਇੱਕ ਖੂਹ ਤੇ ਆਏ। ਵੇਖਿਆ ਉੱਥੇ ਕੋਈ ਮਾਲ ਨਹੀਂ ਚੱਲਦੀ, ਕੋਈ ਹਲਟ ਨਹੀਂ ਚੱਲਦੀ, ਕੋਈ ਟਿੰਡ ਨਹੀਂ ਚੱਲਦੀ, ਖੂਹ ਬੰਦ ਹੈ। ਗੁਰੂ ਸਾਹਿਬ ਖੂਹ ਤੋਂ ਮੁੜੇ ਆਏ। ਕਿਉਂਕਿ ਪੁਰਾਣੇ ਬਜ਼ੁਰਗ ਤੇ ਸਾਧੂ ਮਹਾਤਮਾ ਕਦੇ ਵੀ ਵਾਸੀ ਪਾਣੀ ਨਾਲ ਨਹੀਂ ਸੀ ਨਹਾਉਂਦੇ, ਕਦੇ ਵੀ। ਉਹ ਕਹਿੰਦੇ ਸੀ ਤਾਜ਼ਾ ਦਰਿਆ ਦਾ ਪਾਣੀ ਚੱਲਦਾ ਹੋਵੇ, ਨਦੀ ਦਾ ਚੱਲਦਾ ਹੋਵੇ, ਤਾਜ਼ੇ ਖੂਹ ਦਾ ਪਾਣੀ ਹੋਵੇ, ਜਾਂ ਨਲਕੇ ਦੇ ਨਹਾ ਲੈਣਗੇ। ਤੇ ਹੁਣ ਤੇ ਸਾਡਾ ਸਿੱਖਾਂ ਦਾ ਚੜ੍ਹਦੀ ਕਲਾ ਵਾਲਾ ਜੀਵਨ ਹੈ। 5-5 ਦਿਨਾਂ ਦਾ ਟੈਂਕੀ 'ਚ ਪਾਣੀ ਹੁੰਦਾ, ਉਹਦੇ ਨਾਲ ਨਹਾ ਕੇ ਵੀ ਕਹਿੰਦੇ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ। ਨਾਲੇ ਨਹਾਉਣਾ ਵੀ ਗਰਮ ਨਾਲ ਹੈ। ਫੇਰ ਵੀ ਸਾਡੀ ਸਿੱਖੀ ਨੂੰ ਖਤਰਾ ਹੈ। ਆਖੋ ਸਤਨਾਮ। ਫਿਰ ਵੀ ਖਤਰਾ। ਕਿਉਂ ਨਹਾਇਆ ਜਾਂਦਾ ਸੀ ਫਰੈਸ਼ ਪਾਣੀ ਨਾਲ, ਤਾਜ਼ੇ ਨਾਲ? ਅੱਜ ਵੀ ਬਜ਼ੁਰਗ ਦੇਖਿਓ, ਪਿੰਡਾਂ ਜਿਹੜੇ ਬਜ਼ੁਰਗ ਤਾਜ਼ੇ ਪਾਣੀ ਨਾਲ ਨਹਾਉਂਦੇ ਆ ਨਾ, ਸਰੀਰ ਲੋਹੇ ਵਰਗੇ ਪਏ ਆ। 80 ਸਾਲਾਂ ਦੇ ਵੀ 40 ਸਾਲ ਵਾਲਿਆਂ ਵਾਂਗੂ ਭੱਜੇ ਫਿਰਦੇ। ਜਿਹੜੇ ਸਾਡੇ ਵਰਗੇ ਬਰਗਰ ਜੇ ਤੁਰੇ ਫਿਰਦੇ ਸ਼ਹਿਰੀ ਜੇ, ਸਾਰਿਆਂ ਦਾ ਹੀ ਹਾਲ ਹੈ। ਤਾਜ਼ੇ ਪਾਣੀ ਨਾਲ ਜਿਹੜੇ ਨਹਾਉਂਦੇ ਨਹੀਂ, ਸਰੀਰ ਤੇ ਬੇਵਜ੍ਹਾ ਹੀ ਰੋਗ ਲੱਗੇ ਹੋਏ ਆ, ਉੱਠਿਆ ਹੀ ਨਹੀਂ ਜਾਂਦਾ। ਕਿੰਨੀ ਦੇਰ ਮੇਰੇ ਵਰਗਾ ਉੱਠਦਾ ਸਵੇਰੇ ਨਹਾਉਣ ਵਾਸਤੇ, ਬੈੱਡ ਕੋਲੇ ਬੈਠਾ ਸੋਚੀ ਜਾਂਦਾ ਵੀ ਨਹਾਉਣ ਵਾਲਾ ਪੰਗਾ ਲਈਏ ਕਿ ਨਾ, ਹਜੇ ਖਰੁਕ ਜੀਏ, ਪਾਠ ਕਰੀਏ ਜਾਂ ਨਾ ਕਰੀਏ, ਕਿਉਂਕਿ ਦਲਿੱਦਰ ਪੈ ਰਿਹਾ। ਉਹੋ ਜਿਹੀ ਬਿਰਤੀ ਬਣੀ ਹੈ। ਤਾਜ਼ੇ ਪਾਣੀਆਂ ਵਿੱਚ ਗੁਰੂ ਕੇ ਸਿੱਖ ਇਸ਼ਨਾਨ ਕਰਦੇ ਸੀ। ਅੱਜ ਵੀ ਜਿਹੜੇ 5 ਸਰੋਵਰ ਨੇ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ, ਕੋਈ ਕੱਲ੍ਹ ਨੂੰ ਸਵਾਲ ਕਰੇ ਜੀ ਸਰੋਵਰਾਂ ਦਾ ਪਾਣੀ ਤੇ ਪੁਰਾਣਾ ਨਹੀਂ। 5 ਸਰੋਵਰਾਂ ਵਿੱਚ ਹੰਸਲੀਆਂ ਬਣੀਆਂ ਨੇ। ਤਾਜ਼ਾ ਪਾਣੀ ਇੱਕ ਪਾਸੋਂ ਆਉਂਦਾ, ਦੂਜੇ ਪਾਸੇ ਜਾ ਰਿਹਾ। ਚੱਲਦਾ ਪਾਣੀ ਸਦਾ ਹੀ ਤਾਜ਼ਾ ਹੈ। ਜਿਹੜਾ ਰੁਕਿਆ ਹੋਏਗਾ ਉਹ ਪਾਣੀ ਅੱਜ ਵੀ ਜ਼ਹਿਰ ਹੈ, ਕੱਲ੍ਹ ਵੀ ਜ਼ਹਿਰ ਹੈ। ਹੁਣ ਖੂਹ ਤੇ ਸਤਿਗੁਰ ਆਏ, ਪਾਣੀ ਨਹੀਂ ਮਿਲਿਆ। ਗੁਰੂ ਸਾਹਿਬ ਨਾ ਬੁੜਬੜਾਉਂਦੇ ਆਉਂਦੇ ਉੱਚੀ ਉੱਚੀ, ਕਹਿੰਦੇ ਭਾਈ ਬਾਲਿਆ ਇੱਥੇ ਤੇ ਪਾਣੀ ਨਹੀਂ ਹੈ, ਇਹ ਖੂਹ ਵੀ ਖਾਲੀ ਹੈ। ਨੀਰ ਨ ਪਾਵਤ ਭੀ ਕਿਤਹੂੰ,
ਤਿਹ ਕਾਲ ਵਿਖੇ ਮੁਖ ਬਾਣੀ ਆਲਾਈ। ਦੂਜੇ ਖੂਹ ਤੇ ਆਏ, ਅੱਜ ਕੁਦਰਤ ਵੱਲੋਂ ਉਹ ਵੀ ਖੂਹ ਬੰਦ। ਪਾਣੀ ਤੇ ਹੈ ਖੂਹ 'ਚ, ਕਿਤੇ ਕੋਈ ਬਲਦ ਨਹੀਂ ਵੀੜਿਆ। ਅੱਗੇ ਲੋਕ ਰਾਤਾਂ ਨੂੰ ਖੂਹਾਂ ਤੇ ਟਿੰਡਾਂ ਚੱਲਦੀਆਂ ਸੀ ਪਾਣੀ, ਕਿਉਂਕਿ ਕਿਸਾਨ ਜ਼ਿਮੀਂਦਾਰ ਅੱਜ ਵੀ ਰਾਤਾਂ ਨੂੰ ਖੇਤੀ ਕਰਦੇ ਆ, ਪਾਣੀ ਲਾਉਂਦੇ ਆ। ਪਿੰਡਾਂ 'ਚ ਜਾ ਕੇ ਵੇਖੋ, ਅਸੀਂ ਸੁੱਤੇ ਹੁੰਦੇ ਆ, ਸਾਨੂੰ ਹੁੰਦਾ ਵੀ 11 ਵੱਜ ਗਏ, ਲੈ ਸੌਂ ਜਾ, ਮਰ ਜਾ ਓਏ, ਹੁਣ ਕੋਈ ਨਹੀਂ ਆਪਣਾ। ਪਰ ਜ਼ਿਮੀਂਦਾਰ ਉਸ ਵੇਲੇ ਉੱਠ ਕੇ ਜਾਂਦਾ, ਪਰਿਵਾਰ ਛੱਡ ਕੇ। ਉਹ ਸਾਰੀ ਸਾਰੀ ਰਾਤ ਨੱਕੇ ਮੋੜਦਾ ਹੈ, ਕਿਉਂਕਿ ਰਾਤ ਵੇਲੇ ਪਾਣੀ ਬੜੇ ਸਕੂਨ ਨਾਲ ਲੱਗਦਾ, ਕੇਂਦਰਤ ਹੋ ਕੇ ਲੱਗਦਾ। ਜਦੋਂ ਦੂਜੇ ਖੂਹ ਤੇ ਆਏ ਉੱਥੇ ਪਾਣੀ ਨਾ, ਤੀਜੇ ਤੇ ਗਏ ਉੱਥੇ ਵੀ ਪਾਣੀ ਨਾ। ਪਾਣੀ ਹੈ, ਖੂਹ ਚੱਲ ਨਹੀਂ ਰਹੇ, ਡੋਲ ਨਹੀਂ ਪਾਇਆ ਹੋਇਆ। ਕਈ ਖੂਹਾਂ ਤੇ ਡੋਲ ਪਾਏ ਹੁੰਦੇ ਆ, ਲੱਜ ਖਿੱਚਣੀ ਪੈਂਦੀ ਹੈ। ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਤੁਰੇ ਆਉਂਦੇ ਆ, ਰਾਏ ਬੁਲਾਰ ਸਾਹਿਬ ਦੇ ਘਰ ਦੇ ਕਰੀਬ ਆ ਗਏ, ਥੋੜਾ ਪਿੱਛੇ ਸਨ। ਕਹਿੰਦੇ ਬਾਲਿਆ ਕਿਹੋ ਜਿਹਾ ਪਿੰਡ ਹੈ, ਅੱਜ ਰੱਬ ਸਬੱਬੀ ਇੱਕ ਵੀ ਖੂਹ ਇੱਥੇ ਚੱਲਦਾ ਨਹੀਂ। ਓ ਸਰੋਵਰ ਨਾਹੀ ਇਹਾਂ, ਨਗਰੀ ਬਿਨ ਨੀਰ ਨ ਕੂਪ ਚਲਾਈ। ਇੰਨਾ ਹੀ ਬਚਨ ਆਖਿਆ, ਕਹਿੰਦੇ ਸਾਡਾ ਪਿੰਡ ਤੇ ਬਿਨਾ ਤਲਾਬ ਤੋਂ ਹੈ, ਬਿਨਾ ਸਰੋਵਰ ਤੋਂ ਹੈ। ਕੱਚਿਆਂ ਨੂੰ ਤਲਾਬ ਤੇ ਪੱਕਿਆਂ ਨੂੰ ਸਰੋਵਰ ਕਹਿ ਦਈਦਾ। ਮਹਾਰਾਜ ਕਹਿੰਦੇ ਕਿਹੋ ਜਿਹਾ ਪਿੰਡ ਆ ਬਾਲਿਆ ਇਹ, ਜਿੱਥੇ ਪਾਣੀ ਉਹ ਨਹੀਂ ਹੈ। ਹਰੇਕ ਪਿੰਡ 'ਚ ਕੋਈ ਨਾ ਕੋਈ ਛੱਪੜ ਹੁੰਦਾ, ਟੋਭਾ ਹੁੰਦਾ। ਅੱਜ ਵਰਗੇ ਟੋਭੇ ਨਹੀਂ, ਅੱਜ ਤੇ ਧਰਤੀ ਦਾ ਪਾਣੀ ਪੀਣ ਦੇ ਲਾਇਕ ਨਹੀਂ, ਤੇ ਟੋਭਿਆਂ ਦਾ ਕਿੱਥੋਂ ਰਹਿ ਜਾਊਗਾ। ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਟੋਭੇ ਬਣੇ ਹੁੰਦੇ ਸੀ, ਤਲਾਬ, ਮੀਂਹ ਦਾ ਪਾਣੀ ਇਕੱਠਾ ਹੋਣਾ, ਨਦੀਆਂ ਦਾ ਪਾਣੀ ਹੋਣਾ, ਸਾਫ਼ ਪਾਣੀ ਸੀ, ਲੋਕ ਚੱਲਦੇ ਵਹਾਵ 'ਚੋਂ ਪਾਣੀ ਪੀ ਲੈਂਦੇ ਸੀ। ਮੈਂ ਕਹਿੰਦਾ ਅੱਜ ਕੱਲ੍ਹ ਤੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਪਾਣੀ ਆਉਂਦਾ, ਲੋਕ ਉਹ ਵੀ ਫਿਲਟਰ ਕਰਕੇ ਪੀਂਦੇ। ਕਹਿੰਦੇ ਸਾਨੂੰ ਇਹ 'ਤੇ ਵੀ ਸ਼ੱਕ ਹੈ। ਸ਼ੱਕ ਦੀ ਦੁਨੀਆ ਕਿੱਥੇ ਪਹੁੰਚ ਗਈ। ਜਿੱਡਾ ਬੰਦਾ ਵਹਿਮੀ ਹੋਊਗਾ, ਜ਼ਿਆਦਾ ਬਿਮਾਰ ਕੌਣ ਨੇ? ਫਿਲਟਰਾਂ ਦਾ ਪਾਣੀ ਪੀਣ ਵਾਲੇ। ਨੋਟ ਕਰਿਓ, ਆਪਾਂ ਵਿੱਚ ਹੀ ਆ ਸਾਰੇ। ਕਦੇ ਉਹਨਾਂ ਲੋਕਾਂ ਨੂੰ ਵੇਖਿਆ ਜਿਹੜੇ ਕੂੜਾ ਚੁਗਦੇ ਆ? ਮੰਗਤਿਆਂ ਦੇ ਬੱਚੇ ਆ, ਦੱਸੋ ਕਿਹੜਾ ਬਿਸਲੇਰੀ ਪੀਂਦਾ ਜੀ ਉੱਥੇ? ਪੀਂਦਾ ਕੋਈ? ਵਿਚਾਰਿਆਂ ਨੂੰ ਜਿੱਥੇ ਜਿਹੜਾ ਪਾਣੀ ਮਿਲ ਗਿਆ ਪੀ ਲੈਣਾ, ਨਾ ਕਿਸੇ ਨੂੰ ਕਰੋਨਾ ਹੋਇਆ, ਨਾ ਕੋਈ ਇਨਫੈਕਸ਼ਨ, ਨਾ ਕੋਈ ਲੈਣ ਦੇਣ। ਇੱਥੇ ਸਾਡੇ ਵਰਗੇ ਜਿੰਨੇ ਫਿਲਟਰ ਪਾਣੀ ਪੀਂਦੇ ਆ, ਉਨੀਆਂ ਵੱਧ ਬਿਮਾਰੀਆਂ ਨੇ, ਉਨੇ ਵੱਧ ਰੋਗ ਨੇ, ਕਿਉਂਕਿ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਪੁਰਾਣੇ ਲੋਕ ਵੱਟਾਂ ਤੋਂ ਜਾਂਦਾ ਪਾਣੀ ਪੀ ਲੈਂਦੇ ਸੀ। ਜੇ ਕਹੂੰ ਅੱਜ ਕਿਉਂ ਨਹੀਂ ਪੀਤਾ ਜਾਂਦਾ? ਇੰਡਸਟਰੀਆਂ ਨੇ ਸਾਰਾ ਜ਼ਹਿਰ ਬੋਰਵੈਲ ਕਰਕੇ ਧਰਤੀ 'ਚ ਸੁੱਟਤਾ। ਅਸੀਂ ਕਹਿੰਦੇ ਵਿਕਾਸ ਹੋ ਗਿਆ, ਫੈਕਟਰੀਆਂ ਲੱਗ ਗਈਆਂ, ਅਗਲਿਆਂ ਨੇ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਧਰਤੀ 'ਚ ਸੁੱਟਣਾ ਸ਼ੁਰੂ ਕੀਤਾ। ਹੁਣ ਮੋਟਰਾਂ 'ਚੋਂ ਨਿਕਲਦਾ ਪੀ ਲਓਗੇ। ਹੁਣ ਤੇ ਨਹਾਇਆਂ ਵੀ ਖੁਰਕ ਪੈਂਦੀ ਹੈ। ਆਉਣ ਵਾਲੇ ਸਮੇਂ ਹੋਰ ਭਿਆਨਕ ਪੰਜਾਬ ਲਈ ਹੁੰਦੇ ਜਾਣਗੇ। ਪਾਣੀ ਪੀਣ ਦੀ ਗੱਲ ਛੱਡੋ, ਇੱਥੇ ਨਹਾਉਣ ਜੋਗਾ ਵੀ ਨਹੀਂ ਰਹਿਣਾ, ਯਾਦ ਰੱਖਿਓ। ਇੰਨਾ ਜ਼ਹਿਰੀਲਾ ਹੋ ਗਿਆ, ਇੰਨਾ ਜ਼ਹਿਰ ਹੋ ਗਿਆ। ਉਹਨਾਂ ਸਮਿਆਂ ਵਿੱਚ ਲੋਕ ਛੱਪੜਾਂ 'ਤੇ ਨਹਾਉਂਦੇ ਸੀ, ਆਮ ਥਾਵਾਂ 'ਤੇ। ਅਤੇ ਅੱਜ ਤੋਂ 70-80 ਸਾਲ ਪਿੱਛੇ ਜਾ ਕੇ ਵੇਖੋ, ਲੋਕ ਆਮ ਨਦੀਆਂ ਨਾਲਿਆਂ ਦਾ ਪਾਣੀ ਪੀ ਲੈਂਦੇ ਸੀ, ਕਿਉਂਕਿ ਸਾਫ਼ ਪਾਣੀ ਸੀ, ਉਜਲਾ ਪਾਣੀ ਸੀ। ਅਤੇ ਹਰੇਕ ਬੰਦਾ ਪਾਣੀ ਦੀ ਇੱਜ਼ਤ ਕਰਦਾ ਸੀ। ਇਹ 'ਚ ਪੈਰ ਪਾ ਕੇ ਨਹੀਂ ਬਹਿਣਾ, ਇਹ 'ਚ ਗੰਦੇ ਮੰਦੇ ਹੱਥ ਨਹੀਂ ਧੋਣੇ। ਹੁਣ ਤੇ ਬੰਦਾ ਬੇਈਮਾਨ ਹੈ। ਕਿਚਨ ਦੀਆਂ ਟੂਟੀਆਂ 'ਤੇ ਲੋਕ ਇੱਧਰ ਉੱਧਰ ਹੱਥ ਧੋਈ ਜਾਂਦੇ, ਕਹਿੰਦੇ ਲੈ ਸਾਡੀ ਰਸੋਈ ਥੋੜ੍ਹੀ ਇਹਨਾਂ ਦੀ, ਧੋ ਲਾ ਫਿਰ ਕੀ ਹੈ। ਕਿਉਂਕਿ ਹੁਣ ਮਨ ਬੇਈਮਾਨ ਹੈ। ਅੱਗੇ ਲੋਕ ਪਾਣੀ ਦੀ ਇੱਜ਼ਤ ਕਰਦੇ ਸੀ, ਸਤਿਕਾਰ ਕਰਦੇ ਸੀ, ਪਾਣੀ 'ਚ ਜ਼ਹਿਰ ਨਹੀਂ ਸੀ ਮਿਲਾਉਂਦੇ, ਬੁਰਾਈ ਵਾਲੀ ਚੀਜ਼ ਨਹੀਂ ਸੀ ਸੁੱਟਦੇ। ਹੁਣ ਤੇ ਲੋਕ ਜਿੰਨੀ ਗੰਦਗੀ ਹੈ, ਗੱਡੀ ਖੜਾਉਣਗੇ, ਚੱਲ ਪਾਣੀ 'ਚ, ਟੂਣਾ ਹੈਗਾ, ਚੱਲ ਪਾਣੀ 'ਚ। ਦੱਸ, ਇਹ ਪਵਿੱਤਰ ਹੈ, ਇਹ ਪੀਣ ਦੇ ਲਾਇਕ ਹੈ, ਇਹਨੂੰ ਵੀ ਕੋਈ ਪੀਂਦਾ ਹੋਣਾ, ਤੂੰ ਇਹ 'ਚ ਮੈਲ ਕਿਉਂ ਸੁੱਟਦਾ, ਗੰਦਗੀ ਕਿਉਂ ਸੁੱਟਦਾ? ਉਹਨਾਂ ਸਮਿਆਂ 'ਚ ਗੁਰੂ ਸਾਹਿਬ ਤੁਰੇ ਆਉਂਦੇ ਆ, ਕਹਿੰਦੇ ਬਾਲਿਆ ਕਿੱਦਾਂ ਦਾ ਪਿੰਡ ਹੈ ਸਾਡਾ, ਇੱਕ ਸਰੋਵਰ, ਇੱਕ ਤਲਾਬ ਵੀ ਇਸ ਪਿੰਡ ਵਿੱਚ ਕਿਸੇ ਨੇ ਲਾਇਆ ਨਾ। ਜਾਗਤ ਰਾਏ ਬੁਲਾਰ ਸੁਣੀ, ਤਿਹ ਕਾਲ ਵਿਖੇ ਮਨ ਜੋ ਠਹਿਰਾਈ। ਅੰਮ੍ਰਿਤ ਵੇਲੇ ਬੋਲਿਆ ਬਚਨ ਬੜੀ ਦੂਰ ਤੱਕ ਜਾਂਦਾ ਹੈ, ਕਿਉਂਕਿ ਇਲਾਕਾ ਸ਼ਾਂਤ ਹੁੰਦਾ। ਰਾਏ ਬੁਲਾਰ ਸਾਹਿਬ ਉੱਠ ਕੇ ਬੈਠੇ ਸੀ। ਸੁਭਾਵਕ ਗੁਰੂ ਨਾਨਕ ਸਾਹਿਬ ਜੀ ਦੇ ਮਿੱਠੇ ਬੋਲ ਕੰਨਾਂ 'ਚ ਪੈ ਗਏ। ਸਤਿਗੁਰ ਕਹਿੰਦੇ ਕਿਹੋ ਜਿਹਾ ਪਿੰਡ ਆ ਜਿੱਥੇ ਤਲਾਬ ਨਹੀਂ ਕੋਈ, ਸਰੋਵਰ ਨਹੀਂ ਕੋਈ। ਸੁਣ ਕੇ ਇੱਕਦਮ ਮਨ ਨੂੰ ਝਟਕਾ ਲੱਗਿਆ। ਉਹ ਮਨਾ ਮੇਰਿਆ, ਤੂੰ ਕਹਿੰਦਾ ਤੂੰ ਇੱਥੋਂ ਦਾ ਰਾਜਾ, ਤੇਰੇ ਪਿਆਰੇ ਸਤਿਗੁਰ ਸੱਜਣ ਨੂੰ ਤੇ ਇੱਥੇ ਨਹਾਉਣ ਵਾਸਤੇ, ਇਸ਼ਨਾਨ ਵਾਸਤੇ ਸਰੋਵਰ ਵੀ ਕੋਈ ਨਹੀਂ। ਉਦੋਂ ਹੀ ਮਨ 'ਚ ਠਾਣ ਲਿਆ, ਮੈਂ ਰੋਜ਼ ਕਹਿੰਦਾ ਸੀ ਮਰਦ ਸੇਵਾ ਦੇ ਦਿਓ, ਸੇਵਾ ਦੇ ਦਿਓ। ਅੱਜ ਬਖਸ਼ੀ ਮੇਰੇ ਪਾਤਸ਼ਾਹ ਨੇ ਸੇਵਾ, ਬਿਨਾਂ ਕਹਿਆ ਸੇਵਾ ਇਸ਼ਾਰਾ ਕਰਤਾ। ਰਾਏ ਬੁਲਾਰ ਜੀ ਨੇ ਸੋਚਿਆ ਵੀ ਦਿਨ ਚੜ੍ਹਿਆ, ਮੈਂ ਆਪਣੇ ਸਤਿਗੁਰ ਪਿਆਰੇ ਲਈ ਇੱਥੇ ਸਰੋਵਰ ਬਣਾਉਣਾ। ਆਖੋ ਸਤਨਾਮ, ਇਸ਼ਨਾਨ ਵਾਸਤੇ। ਅੰਦਰੋਂ ਅੰਦਰ ਅਰਦਾਸ ਕਰਤੀ, ਮਹਾਰਾਜ ਇਸ ਸਰੋਵਰ ਤੇ ਇਸ਼ਨਾਨ ਤੋਂ ਬਗੈਰ ਤੁਸੀਂ ਦੂਰ ਕਿਤੇ ਜਾਣਾ ਨਹੀਂ। ਨਾਨਕ ਨਾਮ ਸਰੋਵਰ ਲਾਵੋ,
ਊਠਤ ਭੋਰ ਇਹ ਮੰਨਿਆ ਨਾ। ਮਨ 'ਚ ਇਹ ਪੱਕਾ ਕਰ ਲਿਆ ਵੀ ਮੈਂ ਸਰੋਵਰ ਬਣਾਉਣਾ, ਆਪਣੇ ਨਾਮ ਨਹੀਂ ਰੱਖਣਾ, ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇਹਦਾ ਨਾਮ ਰੱਖਣਾ। ਜਿਵੇਂ ਅੱਜ ਕੱਲ੍ਹ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਨਾਨਕਸਰ ਬਣਦਾ ਨਾ, ਸਰਨਾਮ ਸਰੋਵਰ ਦਾ ਹੈ, ਨਾਨਕ ਨਾਮ ਗੁਰੂ ਸਾਹਿਬ ਦਾ ਹੈ। ਤੇ ਅੱਜ ਤੇ ਬੜੇ ਗੁਰੂ ਘਰਾਂ ਦੇ ਨਾਮ ਰੱਖੇ ਨੇ, ਸਰ ਸਿਰਫ ਉਸ ਗੁਰਦੁਆਰੇ ਨਾਲ ਲੱਗਦਾ ਜਿੱਥੇ ਸਰੋਵਰ ਹੋਵੇ। ਤੇ ਅੱਜ ਤੇ ਲੋਕਾਂ ਗੁਰੂ ਘਰ ਵੀ ਬਣਾਏ ਭੇਡ ਚਾਲ, ਸਰੋਵਰ ਹੁੰਦਾ ਹੀ ਨਹੀਂ ਉੱਥੇ। ਰਾਮਸਰ ਸਾਹਿਬ ਸਰੋਵਰ ਰਾਮਸਰ ਕਿਉਂ ਸੀ? ਸਰੋਵਰ ਸੀ। ਸੰਤੋਖਸਰ ਸਾਹਿਬ ਸੰਤੋਖ ਸਰ ਕਿਉਂ ਹੈ? ਉੱਥੇ ਸਰੋਵਰ ਹੈ। ਜਿੱਥੇ ਸਰੋਵਰ ਹੋਏਗਾ ਉਹਨਾਂ ਅਸਥਾਨਾਂ ਦੇ ਨਾਮ ਨਾਲ ਜ਼ਿਆਦਾਤਰ ਸਰ ਲੱਗਦਾ। ਸਰ ਦਾ ਭਾਵ ਕਿਸੇ ਦਰਿਆ ਦੇ, ਨਦੀ ਦੇ, ਸਰੋਵਰ ਦੇ ਕੰਢੇ ਤੇ, ਪਾਣੀ ਦੇ ਕੰਢੇ ਤੇ ਅਸਥਾਨ ਹੈ। ਆਪਾਂ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਕਿਉਂ ਕਹਿੰਦੇ ਆ? ਅੰਮ੍ਰਿਤ ਦਾ ਸਰ ਕਹੀਏ ਸਰੋਵਰ, ਜਿੱਥੇ ਅੰਮ੍ਰਿਤ ਹੈ। ਇਹ ਪਾਵਨ ਅਸਥਾਨਾਂ ਦੇ ਨਾਮ ਨੇ। ਉਹਨੇ ਮਨ 'ਚ ਸੋਚਿਆ ਮੈਂ ਸਤਿਗੁਰਾਂ ਦੇ ਨਾਮ ਤੇ ਨਾ ਨਾਨਕ ਸਰ ਸਰੋਵਰ ਬਣਾਉਣਾ। ਸਭ ਤੋਂ ਪਹਿਲਾਂ ਨਾਨਕ ਸਰ ਸਰੋਵਰ ਆ ਨਾ ਜਿਹੜਾ, ਉਹ ਰਾਏ ਬੁਲਾਰ ਜੀ ਨੇ ਬਣਾਇਆ। ਇਹ ਤੇ ਬਾਅਦ ਦੀਆਂ ਗੱਲਾਂ ਵੀ ਅਸਥਾਨ ਬਣੇ ਆ, ਧਾਰਮਿਕ ਅਸਥਾਨ ਜਿਹੜੇ ਅੱਜ ਸਾਡੇ ਆ ਨਾ, ਇਹ ਹੁਣ ਦੀਆਂ ਗੱਲਾਂ ਨੇ। ਪਰ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਨਾਮ ਤੇ ਜੇ ਕੋਈ ਸਰੋਵਰ ਲੱਗਿਆ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਧਰਤੀ ਤੇ ਲੱਗਿਆ। ਸਵੇਰੇ ਉੱਠੇ, ਸਭਾ 'ਚ ਬੈਠੇ, ਸਭ ਤੋਂ ਪਹਿਲਾਂ ਆਪਣੇ ਮੰਤਰੀ ਸੰਤਰੀ ਵਜ਼ੀਰ ਬੁਲਾ ਕੇ ਕਹਿੰਦੇ ਉਹ ਬੰਦੇ ਲੈ ਕੇ ਆਓ ਜਿਹੜੇ ਸਰੋਵਰ ਪੱਟ ਸਕਦੇ ਆ, ਛੇਤੀ ਛੇਤੀ ਕੁਝ ਦਿਨਾਂ 'ਚ ਚਾਹੀਦਾ, ਕਿਉਂਕਿ ਮੇਰੇ ਸਤਿਗੁਰਾਂ ਨੇ ਜਾਣਾ, ਇੱਥੋਂ ਦੂਰ ਜਾਣਗੇ ਕਿਤੇ। ਸਵੇਰੇ ਹੁੰਦਿਆਂ ਹਦਾਇਤਾਂ ਹੁਕਮ ਦੇ ਦਿੱਤੇ ਵੀ ਫੌਰੀ ਤੌਰ ਤੇ ਨਗਰ ਵਿੱਚ ਵੱਡੀ ਥਾਂ ਤੇ ਸਰੋਵਰ ਤਿਆਰ ਕੀਤਾ ਜਾਵੇ। ਜਾਨਤ ਭਾ ਨਿਜ ਕੋ ਕਿਰਤਾਰਥ ਲਾਏ ਤੜਾਗਰ ਦੇ ਬਿਕਸਾਨਾ। ਤੇ ਸ਼ੁਕਰਾਨਾ ਕੀਤਾ ਮਹਾਰਾਜ। ਮੈਂ ਨਿੱਤ ਆਪ ਜੀ ਨੂੰ ਕਹਿੰਦਾ ਸੀ ਪਾਤਸ਼ਾਹ ਮੈਨੂੰ ਸੇਵਾ ਦੇ ਦਿਓ, ਹੱਥੀ ਸੇਵਾ ਦੇ ਦਿਓ। ਕਹਿੰਦੇ ਸ਼ੁਕਰਗੁਜ਼ਾਰ ਹਾਂ ਪਾਤਸ਼ਾਹ ਸਾਹਿਬਾ ਤੇਰਾ, ਤੁਸੀਂ ਨਾ ਚਾਹੁੰਦਿਆਂ ਪਿਆਰ 'ਚ ਮੈਨੂੰ ਕਿੱਡੀ ਵੱਡੀ ਸੇਵਾ ਦੇਤੀ, ਹੁਣ ਮੈਂ ਇਹ ਕਰਾਂ। ਤੇ ਜਦੋਂ ਉਹ ਸਰੋਵਰ ਦੀ ਖੁਦਾਈ ਸ਼ੁਰੂ ਹੋਈ ਨਾ, ਹੁਣ ਸਰੋਵਰ ਨੂੰ ਕਹਿੰਦੇ ਸੀ ਤੜਾਗ। ਤੜਾਗ ਦਾ ਅਰਥ ਹੁੰਦਾ ਤਲਾਅ। ਤਲਾਅ ਕਿਹਨੂੰ ਕਹਿੰਦੇ ਆ? ਜਿੱਥੇ ਮੱਛੀਆਂ ਹੁੰਦੀਆਂ? ਨਹੀਂ, ਤਲਾਅ ਕਹਿੰਦੇ ਆ ਕੱਚਾ ਸਰੋਵਰ। ਤੇ ਜਦੋਂ ਪੱਕਾ ਹੋ ਜੇ ਫਿਰ ਉਹ ਬਣ ਜਾਂਦਾ ਸਰਵਰ। ਸਰਵਰ ਸ਼ਬਦ ਤੋਂ ਬਣਿਆ ਸਰੋਵਰ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਅੱਜ ਵੀ ਥੱਲੇ ਤੋਂ ਕੱਚਾ ਏ। ਪਿਛਲੇ ਸਾਲ ਸੇਵਾ ਹੋਈ ਨਾ 2004 ਦੇ ਵਿੱਚ, ਸੰਗਤਾਂ ਨੇ ਗਾਰ ਕੱਢੀ ਜੀ, ਥੱਲੋਂ ਕੱਚਾ ਸੀ ਤਾਂ ਹੀ ਸੀ। ਤਰਨ ਤਾਰਨ ਸਾਹਿਬ ਦਾ ਸਰੋਵਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਸਰੋਵਰ, ਜਾਂ ਜਿੰਨੇ ਵੀ ਇਤਿਹਾਸਕ ਸਥਾਨ ਨੇ ਅੱਜ ਵੀ, ਭਾਵੇਂ ਸੰਤੋਖਸਰ ਸਾਹਿਬ ਹੈ, ਕੌਲਸਰ ਸਾਹਿਬ ਹੈ, ਸਰੋਵਰ ਆਸੇ ਪਾਸੇ ਤੋਂ ਪੱਕੇ ਹੋਣਗੇ ਤੇ ਹੇਠਾਂ ਤੋਂ ਕੱਚੇ ਹੋਣਗੇ, ਬਿਲਕੁਲ ਕੱਚੇ, ਤਾਂ ਜੋ ਉਹ ਪਾਣੀ ਧਰਤੀ ਨਾਲ ਅਟੈਚ ਰਵੇ, ਰਸਦਾ ਰਵੇ, ਸਿਮਦਾ ਰਵੇ। ਇਹ ਕਾਰਨ ਨੇ, ਬੜੇ ਵੱਡੇ ਕਾਰਨ ਨੇ। ਕਿਉਂ? ਜਦੋਂ ਸਰੋਵਰ ਹੇਠਾਂ ਤੋਂ ਕੱਚਾ ਹੋਏਗਾ ਕਦੇ ਵੀ ਆਕਾਸ਼ ਦੀ ਬਿਜਲੀ ਨਹੀਂ ਡਿੱਗਦੀ। ਵੱਡਿਆਂ ਵੱਡਿਆਂ ਡੈਮਜ਼ ਉੱਤੇ ਬਿਜਲੀਆਂ ਡਿੱਗ ਜਾਂਦੀਆਂ ਅਸਮਾਨੀ, ਪਰ ਸਰੋਵਰਾਂ 'ਤੇ ਨਹੀਂ ਗਿਰਦੀ। ਇਹ ਟੈਕਨੀਕਲ ਪੁਆਇੰਟ ਨੇ। ਤੇ ਫਿਰ ਇਹ ਸਰੋਵਰ ਜਦੋਂ ਕੱਚਾ ਰਹੇਗਾ, ਮਿੱਟੀ ਦੀ ਮਿਠਾਸ ਇਹ 'ਚ ਰਹੇਗੀ, ਪਾਣੀ ਸਵੱਛ ਰਹੇਗਾ, ਕਿਉਂਕਿ ਮਿੱਟੀ ਹਮੇਸ਼ਾ ਫਿਲਟਰ ਕਰਦੀ ਹੈ। ਅੱਜ ਵੀ ਕਿਸੇ ਵੀ ਫਿਲਟਰ ਨੂੰ ਖੋਲ੍ਹ ਕੇ ਵੇਖ ਲਓ ਜਿਹੜੇ ਸਾਡੇ ਘਰਾਂ 'ਚ ਲੱਗੇ ਆ, ਕਿਸੇ 'ਚ ਚਾਰਕੋਲ ਕੋਲਾ ਪਾਇਆ ਹੋਏਗਾ, ਬਜਰੀ ਪਾਈ ਹੋਏਗੀ, ਜਿਹਨੂੰ ਆਪਾਂ ਕਹਿੰਦੇ ਮਿਨਰਲ ਵਾਟਰ। ਉਹ ਕੀ ਹੈ? ਉਹ 'ਚ ਰੋੜੀਆਂ ਪੱਥਰ ਬਜਰੀ ਪਾਈ ਹੁੰਦੀ, ਹੋਰ ਸਵਾਹ ਹੁੰਦਾ ਉਹ 'ਚ। ਤੇ ਜੇ ਸਾਨੂੰ ਕੋਈ ਬਾਹਰ ਬਜਰੀ 'ਚ ਪਾਣੀ ਫਿਲਟਰ ਕਰਕੇ ਦੇ ਦੇ, ਅਸੀਂ ਕਦੇ ਨਹੀਂ ਪੀਵਾਂਗੇ। ਪਰ ਉਹ ਬੰਦ ਕੀਤਾ ਹੋਇਆ ਉਹਨਾਂ ਨੇ ਕੈਂਡਲ ਦੇ ਵਿੱਚ, ਪਲਾਸਟਿਕ 'ਚ। ਅੱਜ ਵੀ ਪਾੜ ਕੇ ਵੇਖੋ, ਇੱਕ ਕੈਂਡਲ ਹੋਏਗੀ ਰੈਪ ਕੀਤੀ ਪੇਪਰ ਦੀ, ਦੂਜੀ ਕੈਂਡਲ ਜਿਹਨੂੰ ਅਸੀਂ ਮਿਨਰਲ ਕਹਿੰਦੇ ਆ, ਉਹ ਵੇਖਿਓ ਕੀ ਹੈ। ਫਿਰ ਅੱਗੇ ਅੱਗੇ ਜਾ ਕੇ ਕਈ ਤਰ੍ਹਾਂ ਦੀਆਂ ਕੈਂਡਲਸ ਅੱਜ ਕੱਲ੍ਹ ਫਿਲਟਰਾਂ ਦੇ ਵਿੱਚ ਆਉਂਦੀਆਂ। ਉਹਦੇ 'ਚ ਟੈਕਨੀਕ ਉਹੀ ਵਰਤੀ ਹੈ ਜੋ ਪੁਰਾਣੇ ਸਮੇਂ 'ਚ ਸੀ। ਖੂਹਾਂ ਦਾ ਪਾਣੀ, ਆਸੇ ਪਾਸੇ ਖੂਹ ਪੱਕੇ, ਥੱਲੋਂ ਖੂਹ ਕੱਚੇ, ਕਿਉਂਕਿ ਮਿੱਟੀ ਹਮੇਸ਼ਾ ਫਿਲਟਰ ਦਾ ਕੰਮ ਕਰਦੀ ਹੈ, ਸਵੱਛ ਕਰਦੀ ਹੈ, ਮਿਨਰਲ ਲੈ ਕੇ ਨਾਲ ਆਉਂਦੀ ਜੋ ਸਾਡੇ ਸਰੀਰ ਦੀ ਲੋੜੀਂਦੇ ਨੇ। ਹੁਣ ਜਦੋਂ ਇਹ ਸਰੋਵਰ ਬਣਾਉਣਾ ਹੈ, ਇਹਨੂੰ ਵਿੱਚੋਂ ਕੱਚਾ ਰੱਖਣਾ ਪੈਣਾ ਹੈ, ਤੇ ਆਸੇ ਪਾਸੇ ਪੱਕਾ ਪੌੜੀਆਂ ਬਣ ਜਾਣੀਆਂ ਨੇ। ਤੇ ਹੁਣ ਵਿੱਚੋਂ ਕੱਚਾ ਉਹਨੂੰ ਕਹਿੰਦੇ ਤਲਾਅ। ਤੇ ਚਲੋ ਹੁਣ ਪਰਿਭਾਸ਼ਾ ਬਦਲ ਗਈ ਲੋਕਾਂ ਦੀ। ਅੱਗੇ ਸਰੋਵਰ ਨੂੰ ਤਲਾਅ ਕਹਿੰਦੇ ਸੀ। ਅੱਜ ਤੋਂ 50 ਕੁ ਸਾਲ ਪਿੱਛੇ ਪੁੱਛਿਓ, ਬਜ਼ੁਰਗ ਆਮ ਕਹਿੰਦੇ ਸੀ ਭਾਈ ਤੂੰ ਅੰਮ੍ਰਿਤਸਰ ਵਾਲੇ ਤਲਾਅ 'ਚ ਨਹਾਇਆ ਆ। ਤੇ ਅੱਜ ਕਹਿ ਕੇ ਵੇਖਿਓ, ਅਗਲਾ ਕਹਿੰਦਾ ਓਏ ਸਰੋਵਰ ਕਹਿ, ਤਲਾਅ ਨਹੀਂ ਬੋਲਣਾ। ਕੱਟੜਤਾ ਜ਼ਿਆਦੇ ਆ ਗਈ, ਗਿਆਨ ਘਟ ਗਿਆ। ਸਰੋਵਰ ਨੂੰ ਤਲਾਅ ਕਹਿ ਲਓਗੇ ਕੋਈ ਫਰਕ ਨਹੀਂ ਪੈਂਦਾ। ਤਲਾਬ ਤੇ ਤਲਾਅ 'ਚ ਫਰਕ ਹੈ। ਤਲ ਆਬ, ਤਲ ਭਾਵ ਮਿੱਟੀ, ਤਲਾ ਥੱਲਾ, ਆਬ ਜਿਹ 'ਚ ਪਾਣੀ ਖੜਾ ਹੈ, ਤਲਾਅ ਜਿਹਦਾ ਆਸਾ ਪਾਸਾ ਪੱਕਾ ਏ ਤੇ ਥੱਲੋਂ ਕੱਚਾ ਏ। ਇਹ ਚੀਜ਼ਾਂ ਸੀ।
ਇਹ ਸਾਡੇ ਵਿਰਾਸਤੀ ਸ਼ਬਦ ਸੀ, ਸਾਡੇ ਚੋਂ ਅਲੋਪ ਹੋ ਗਏ। ਸਰੋਵਰ ਸ਼ਬਦ ਮਾੜਾ ਨਹੀਂ ਹੈ, ਗੁਰੂ ਸਾਹਿਬ ਨੇ ਬਣਾਏ ਨੇ ਸਰੋਵਰ। ਸਰੋਵਰ ਨੂੰ ਤਲਾਅ ਕਹਿ ਲਈਏ ਕੋਈ ਬੁਰਾ ਨਹੀਂ ਹੈ। ਅੱਜ ਵੀ ਇਤਿਹਾਸ ਵਿੱਚ ਉਹ ਸ਼ਬਦ ਦਰਜ ਕੀਤੇ ਹੋਏ ਆ। ਤੜਾਗ, ਤੜਾਗ ਕਿਹਨੂੰ ਕਹਿੰਦੇ ਆ? ਤੜਾਗੀ ਲੱਕ ਤੇ ਬੰਨੀ ਦਾ, ਬੱਚਿਆਂ ਦੇ ਛੋਟੇ ਛੋਟਿਆਂ ਦੇ ਵੇਖੀ ਹੋਣੀ ਤੜਾਗੀ ਬੰਨੀ। ਹੁਣ ਜਿਹੜੇ ਸਰੋਵਰ ਦੇ ਆਸੇ-ਪਾਸੇ ਕੰਢੇ ਬਣਾਏ ਹੁੰਦੇ ਸੀ ਪੱਕੇ ਕਰਕੇ, ਉਹਨੂੰ ਕਹਿੰਦੇ ਸੀ ਤੜਾਗ। ਜਿਹਦਾ ਪਾਣੀ ਬਾਹਰ ਉਛਲ ਕੇ ਨਾ ਜਾਵੇ ਉਹਨੂੰ ਤੜਾਗ ਬੋਲਿਆ ਜਾਂਦਾ ਹੈ, ਤੇ ਜਿਹੜਾ ਹੇਠਾਂ ਤੋਂ ਕੱਚਾ ਹੋਵੇ ਤਲਾਅ ਹੁੰਦਾ ਹੈ, ਤਲਾਬ ਕਹਿ ਲਓ। ਰਾਏ ਬੁਲਾਰ ਸਾਹਿਬ ਨੇ ਸੋਚਿਆ ਵੀ ਮੈਂ ਇਸ ਤਲਾਬ, ਇਸ ਸਰੋਵਰ ਦਾ, ਇਸ ਤਲਾਅ ਦਾ ਨਾਮ ਸਤਿਗੁਰਾਂ ਦੇ ਨਾਮ ਤੇ ਰੱਖਣਾ ਏ। ਸੋ ਖੁਨ ਵਾਏ ਤਹਾਂ ਝਟਤੀ ਦਿਨ ਈਖਦ ਮੈਂ ਕਰ ਤਿਆਰ ਸੋ ਜਾਨਾ। 2-4 ਦਿਨਾਂ ਵਿੱਚ ਫਟਾਫਟ ਦਿਨ ਰਾਤ ਕਰਾ ਕੇ ਰਾਏ ਬੁਲਾਰ ਸਾਹਿਬ ਜੀ ਨੇ ਇੱਥੇ ਇੱਕ ਤਲਾਅ ਖੁਦਵਾਇਆ, ਸਰੋਵਰ ਬਣਵਾਇਆ, ਜਿਹਦਾ ਨਾਮ ਬਾਬਾ ਗੁਰੂ ਨਾਨਕ ਜੀ ਦੇ ਨਾਂ ਤੇ ਰੱਖਿਆ। ਮਰਦ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਇਸ਼ਨਾਨ ਕਰੋ। ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਆ ਕੇ ਚੁੱਭੀ ਲਾਈ, ਇਸ਼ਨਾਨ ਕੀਤਾ। ਕਹਿੰਦੇ ਰਾਏ ਬੁਲਾਰ ਸਾਹਿਬ ਇਹ ਸਾਡੇ ਨਾਂ ਤੇ ਨਹੀਂ, ਇਹਦਾ ਨਾਮ ਤੁਹਾਡੇ ਨਾਂ ਤੇ ਵੱਜੂ। ਆਖੋ ਸਤਨਾਮ। ਇਹ ਹੈ ਪ੍ਰੇਮ। ਉਹਨਾਂ ਗੁਰੂ ਸਾਹਿਬ ਦੇ ਨਾਂ ਤੇ ਰੱਖਿਆ, ਤੇ ਅੱਜ ਵੀ ਉਹ ਸਰੋਵਰ ਨਨਕਾਣਾ ਸਾਹਿਬ ਦੀ ਧਰਤੀ ਤੇ ਰਾਏ ਬੁਲਾਰ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ। ਸਮਾਂ ਸਮਾਪਤ ਹੈ। ਅਗਲੇਰੀ ਕਥਾ ਸਤਿਗੁਰਾਂ ਦੇ ਹੁਣ ਇਸ ਜੋ ਚੱਲ ਰਿਹਾ ਸਫ਼ਰ ਹੈ ਉਹਦੀ ਸ਼ੁਰੂ ਹੋਣ ਵਾਲੀ, ਕਿਉਂਕਿ ਗੁਰੂ ਸਾਹਿਬ ਘਰ ਛੱਡ ਕੇ ਚੱਲੇ ਨੇ। ਉਹ ਸਫ਼ਰ ਬੜਾ ਟਫ ਹੋਏਗਾ, ਬੜਾ ਔਖਾ ਹੋਏਗਾ। ਉਹਦੀ ਖੋਜ ਬੜੀ ਗਹਿਰੀ ਹੈ। ਜਿਵੇਂ ਮਹਾਰਾਜ ਕਿਰਪਾ ਕਰਨਗੇ ਆਪਾਂ ਆਨੰਦ ਮਾਣਾਂਗੇ।